ਪਹਿਲਾਂ ਦੇ ਪੰਜਾਬੀ ਸਾਹਿਤ ਦੇ ਵਿਦਿਆਰਥੀਓ, ਅੱਜ ਆਪਾਂ ਆਪਣੇ ਸਿਲੇਬਸ ਅਨੁਸਾਰ ਆਧੁਨਿਕ ਪੰਜਾਬੀ ਕਵਿਤਾ ਕਿਤਾਬ ਵਿੱਚ ਸ਼ਾਮਲ ਕਵੀਆਂ ਬਾਰੇ ਗੱਲ ਕਰਾਂਗੇ ਅਤੇ ਨਾਲ ਹੀ ਉਹਨਾਂ ਦੀਆਂ ਕਵਿਤਾਵਾਂ ਦੇ ਵਿਸ਼ੇ ਵਸਤੂ ਬਾਰੇ ਅਤੇ ਸਾਰ ਬਾਰੇ, ਸਰਲ ਅਰਥਾਂ ਬਾਰੇ ਵੀ ਆਪਾਂ ਗੱਲ ਕਰਾਂਗੇ। ਤੁਹਾਡੇ ਪਾਠਕ੍ਰਮ ਸਿਲੇਬਸ ਅਨੁਸਾਰ ਇਸ ਪਾਠ ਪੁਸਤਕ ਵਿੱਚੋਂ ਸਿੱਧੇ ਕੁਐਸਚਨ ਕਵਿਤਾ ਦਾ ਵਿਸ਼ਾ ਵਸਤੂ, ਕਾਵਿ ਕਲਾ ਜਾਂ ਕਵੀ ਬਾਰੇ ਜਾਣਕਾਰੀ ਬਾਰੇ ਪ੍ਰਸ਼ਨ ਪੁੱਛਿਆ ਜਾਵੇਗਾ। ਇਸੇ ਤਰ੍ਹਾਂ ਪ੍ਰਸੰਗ ਸਹਿਤ ਵਿਆਖਿਆ ਵੀ ਤੁਹਾਡੇ ਤੋਂ ਪੁੱਛੀ ਜਾਵੇਗੀ। ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਭਾਈ ਵੀਰ ਸਿੰਘ ਬਾਰੇ ਅਤੇ ਧਨੀ ਰਾਮ ਚਾਤ੍ਰਿਕ ਬਾਰੇ। ਭਾਈ ਵੀਰ ਸਿੰਘ, ਜਿਨ੍ਹਾਂ ਦਾ ਕਾਲ 1872 ਤੋਂ 1957 ਈਸਵੀ ਤੱਕ ਦਾ ਹੈ, ਉਹ ਆਧੁਨਿਕ ਪੰਜਾਬੀ ਕਵਿਤਾ ਦੇ ਮੋਢੀ ਵਜੋਂ ਜਾਣੇ ਜਾਂਦੇ ਹਨ। ਉਹਨਾਂ ਦੀ ਪੰਜਾਬੀ ਸਾਹਿਤ ਨੂੰ ਦੇਣ ਇਹ ਹੈ ਕਿ ਪੰਜਾਬੀ ਕਵਿਤਾ ਨੂੰ ਉਹਨਾਂ ਨੇ ਮੱਧਕਾਲੀ ਕਾਵਿ ਪ੍ਰਵਿਰਤੀਆਂ ਵਿੱਚੋਂ ਕੱਢ ਕੇ ਆਧੁਨਿਕ ਕਾਵਿ ਪ੍ਰਵਿਰਤੀ ਦੇ ਨਾਲ ਜੋੜਨ ਦਾ ਕਾਰਜ ਕੀਤਾ। ਭਾਈ ਵੀਰ ਸਿੰਘ ਸਾਰੀ ਉਮਰ ਕੁੱਲ ਵਕਤੀ ਲੇਖਕ ਰਹੇ। ਕੁੱਲ ਵਕਤੀ ਲੇਖਕ ਤੋਂ ਭਾਵ ਉਹਨਾਂ ਦਾ ਕਿੱਤਾ ਲੇਖਣੀ ਰਿਹਾ। ਉਹਨਾਂ ਨੇ ਸਿਰਫ ਤੇ ਸਿਰਫ ਇਸ ਜੀਵਨ ਵਿੱਚ ਲਿਖਣ ਦਾ ਹੀ ਕੰਮ ਕੀਤਾ। ਇਸੇ ਦੇਣ ਸਦਕਾ ਉਹਨਾਂ ਨੂੰ ਪੰਜਾਬ ਯੂਨੀਵਰਸਿਟੀ ਵੱਲੋਂ ਡਾਕਟਰ ਆਫ ਓਰੀਐਂਟਲ ਲਰਨਿੰਗ ਦੀ ਡਿਗਰੀ ਪ੍ਰਦਾਨ ਕੀਤੀ ਗਈ। 1951 ਈਸਵੀ ਵਿੱਚ ਭਾਸ਼ਾ ਵਿਭਾਗ ਪੰਜਾਬ ਨੇ ਸਭ ਤੋਂ ਪਹਿਲਾਂ ਉਹਨਾਂ ਨੂੰ ਸਨਮਾਨਿਤ ਕੀਤਾ। ਇਹ ਪੰਜਾਬੀ ਸਾਹਿਤ ਦੇ ਵਿੱਚ ਪਹਿਲੇ ਸਨਮਾਨਿਤ ਹੋਣ ਵਾਲੇ ਭਾਸ਼ਾ ਵਿਭਾਗ ਵੱਲੋਂ ਲੇਖਕ ਰਹੇ ਹਨ। ਇਸੇ ਤਰ੍ਹਾਂ 1955 ਈਸਵੀ ਵਿੱਚ ਭਾਰਤ ਸਰਕਾਰ ਵੱਲੋਂ ਸਾਹਿਤ ਅਕਾਦਮੀ ਦਾ ਉਹਨਾਂ ਨੂੰ ਇਨਾਮ ਮਿਲਿਆ, ਮੇਰੇ ਸਾਈਆਂ ਜੋ ਕਾਵਿ ਪੁਸਤਕ ਉੱਪਰ। 1956 ਈਸਵੀ ਵਿੱਚ ਉਹਨਾਂ ਨੂੰ ਪਦਮ ਭੂਸ਼ਣ ਨਾਲ ਸਨਮਾਨਿਤ ਕੀਤਾ ਗਿਆ। ਇਹ ਵੀ ਭਾਰਤ ਸਰਕਾਰ ਦਾ ਬਹੁਤ ਹੀ ਸਨਮਾਨਿਤ ਇੱਕ ਇਨਾਮ ਹੈ, ਪ੍ਰਾਈਜ਼ ਹੈ। ਭਾਈ ਵੀਰ ਸਿੰਘ ਬਹੁਪੱਖੀ ਸ਼ਖਸੀਅਤ ਦੇ ਮਾਲਕ ਸਨ। ਉਹਨਾਂ ਨੇ ਕਵਿਤਾ ਦੇ ਨਾਲ ਨਾਲ ਗਲਪ, ਵਾਰਤਕ, ਖੋਜ, ਆਲੋਚਨਾ ਅਤੇ ਸੰਪਾਦਨ ਦੇ ਖੇਤਰ ਵਿੱਚ ਬਹੁਤ ਵਿਸ਼ਾਲ ਕੰਮ ਕੀਤਾ। 10 ਜੂਨ 1957 ਈਸਵੀ ਨੂੰ ਉਹ ਇਸ ਦੁਨੀਆ ਤੋਂ ਚਲੇ ਗਏ, ਸਵਰਗਵਾਸ ਹੋ ਗਏ। ਭਾਈ ਵੀਰ ਸਿੰਘ ਦੀਆਂ ਜਿਹੜੀ ਕਾਵਿ ਰਚਨਾਵਾਂ ਸੀ, ਉਹਨਾਂ ਦੇ ਵਿੱਚ ਰਾਣਾ ਸੂਰਤ ਸਿੰਘ, ਤਰੇਲ ਤੁਪਕਾ, ਮਟਕ ਹੁਲਾਰੇ, ਬਿਜਲੀਆਂ ਦੇ ਹਾਰ, ਲਹਿਰਾਂ ਦੇ ਹਾਰ, ਪ੍ਰੀਤ ਵੀਨਾ, ਕੰਮ ਦੀ ਕਲਾਈ, ਕੰਤ ਮਹੇਲੀ, ਮੇਰੇ ਸਾਈਆਂ ਜੀਓ, ਇਹ ਪ੍ਰਮੁੱਖ ਰਹੀਆਂ ਹਨ। ਮੇਰੇ ਸਾਈਆਂ ਜੀਓ, ਜਿਸ ਤਰ੍ਹਾਂ ਆਪਾਂ ਪਹਿਲਾਂ ਗੱਲ ਕੀਤੀ, ਇਹਦੇ ਉੱਪਰ ਭਾਰਤ ਸਰਕਾਰ ਵੱਲੋਂ ਸਾਹਿਤ ਅਕਾਦਮੀ ਵੱਲੋਂ ਪ੍ਰਾਈਜ਼ ਮਿਲ ਚੁੱਕਾ ਹੈ। ਭਾਈ ਵੀਰ ਸਿੰਘ ਨੇ ਆਧੁਨਿਕ ਸੰਵੇਦਨਾ ਨੂੰ ਪ੍ਰਗਟ ਕਰਦਿਆਂ ਛੋਟੀਆਂ ਕਵਿਤਾਵਾਂ ਦੀ ਸਿਰਜਣਾ ਕੀਤੀ, ਜਿਸ ਕਰਕੇ ਉਹਨਾਂ ਨੂੰ ਛੋਟੀਆਂ ਕਵਿਤਾਵਾਂ ਦਾ ਵੱਡਾ ਕਵੀ ਕਿਹਾ ਜਾਂਦਾ ਹੈ। ਭਾਵੇਂ ਉਹਨਾਂ ਨੇ ਪੁਰਾਣੇ ਕਾਵਿ ਰੂਪਾਂ ਵਿੱਚ ਵੀ ਰਚਨਾ ਕੀਤੀ, ਪਰ ਉਹਨਾਂ ਦੀਆਂ ਜ਼ਿਆਦਾ ਕਵਿਤਾਵਾਂ ਜਿਹੜੀਆਂ ਉਹ ਆਧੁਨਿਕ ਬੋਧ ਨੂੰ ਹੀ ਪ੍ਰਗਟ ਕਰਦੀਆਂ ਹਨ। ਪੱਛਮ ਦਾ ਸਪਸ਼ਟ ਰੂਪ ਦੇ ਵਿੱਚ ਉਹਨਾਂ ਦੀ ਕਵਿਤਾ ਉੱਪਰ ਪ੍ਰਭਾਵ ਪਿਆ। ਉਹਨਾਂ ਦੀ ਕਵਿਤਾ ਪ੍ਰਕਿਰਤੀ ਦੇ ਮੋਹ ਨਾਲ ਲਬਰੇਜ ਰਹੀ ਹੈ। ਪ੍ਰਕਿਰਤੀ ਦੀ ਗੱਲ ਉਹਨਾਂ ਨੇ ਆਪਣੀ ਕਵਿਤਾ ਦੇ ਵਿੱਚ ਕੀਤੀ ਹੈ। ਇਸੇ ਤਰ੍ਹਾਂ ਦੇ ਨਾਲ ਉਹਨਾਂ ਮਨੁੱਖੀ ਜ਼ਿੰਦਗੀ ਦੀਆਂ ਹਕੀਕਤਾਂ ਨੂੰ ਉਭਾਰਨ ਵਾਲੀ ਕਵਿਤਾ, ਮਨ ਦੀ ਉਦਾਸੀ ਨੂੰ ਆਵਾਜ਼ ਦੇਣ ਵਾਲੀ ਕਵਿਤਾ ਵੀ ਲਿਖੀ ਹੈ। ਇਸ ਕਾਵਿ ਸੰਗ੍ਰਹਿ ਵਿੱਚ ਭਾਈ ਵੀਰ ਸਿੰਘ ਦੀਆਂ 2 ਕਵਿਤਾਵਾਂ, ਇੱਛਾਵਲ ਤੇ ਡੂੰਘੀਆਂ ਸ਼ਾਮਾਂ, ਦੂਸਰੀ ਹੈ ਰੌਂ ਰੁੱਖ, ਇਹ 2 ਕਾਵਿ ਰਚਨਾਵਾਂ ਇਸ ਪਾਠ ਪੁਸਤਕ ਵਿੱਚ ਸੰਪਾਦਕਾਂ ਵੱਲੋਂ ਸ਼ਾਮਲ ਕੀਤੀਆਂ ਗਈਆਂ ਹਨ। ਜਿਹੜੀ ਪਹਿਲੀ ਕਵਿਤਾ ਇੱਛਾਵਲ ਤੇ ਡੂੰਘੀਆਂ ਸ਼ਾਮਾਂ, ਵਿਦਿਆਰਥੀਓ, ਇਸ ਕਵਿਤਾ ਵਿੱਚ ਕਵੀ ਨੇ ਇੱਕ ਪ੍ਰਸ਼ਨ ਕੀਤਾ। ਪ੍ਰਸ਼ਨ ਕਿਸ ਨੂੰ ਕੀਤਾ? ਇੱਛਾਵਲ ਦੇ ਚਸ਼ਮੇ ਨੂੰ। ਇੱਛਾਵਲ ਦਾ ਚਸ਼ਮਾ ਜਿਹੜਾ ਕਸ਼ਮੀਰ ਦੇ ਵਿੱਚ ਬਹਿੰਦਾ ਹੈ, ਉਸ ਨੂੰ ਕੁਐਸਚਨ ਕੀਤਾ, ਇੱਕ ਪ੍ਰਸ਼ਨ ਕੀਤਾ, ਅਤੇ ਬਾਅਦ ਦੇ ਵਿੱਚ ਇੱਛਾਵਲ ਨੂੰ ਦਾ ਮਾਨਵੀਕਰਨ ਕੀਤਾ, ਉਸ ਦਾ ਆਨਸਰ ਉਸ ਤੋਂ ਪ੍ਰਾਪਤ ਕੀਤਾ। ਇਸ ਕਵਿਤਾ ਵਿੱਚ ਭਾਈ ਵੀਰ ਸਿੰਘ ਨੇ ਅਸਲ ਵਿੱਚ ਆਪਣੇ ਜਿਹੜਾ ਫਲਸਫਾ ਸੀਗਾ ਜਾਂ ਜਿਹੜਾ ਅਧਿਆਤਮਵਾਦ ਸੀਗਾ ਉਹਨੂੰ ਪੇਸ਼ ਕੀਤਾ ਹੈ। ਜਿਸ ਤਰ੍ਹਾਂ ਉਹ ਲਿਖਦੇ ਆ ਕਿ ਸੰਝ ਹੋਈ ਪਰ ਸ਼ਾਮੇ ਛੁਪ ਗਏ, ਕਿਉਂ ਇੱਛਾ ਬਲ ਤੂੰ ਜਾਰੀ। ਇੱਕ ਕੁਐਸਚਨ ਕੀਤਾ ਹੈ ਕਿ ਤੂੰ ਸ਼ਾਮ ਹੋ ਗਈ ਹੈ, ਸਾਰੇ ਪਾਸੇ ਪ੍ਰਕਿਰਤੀ ਸ਼ਾਂਤ ਹੋ ਗਈ ਹੈ, ਤੂੰ ਹਜੇ ਵੀ
ਚੱਲੀ ਜਾ ਰਹੇ ਆ, ਕੀ ਕਾਰਨ ਹੈ? ਨੈ ਸਰੋਧ ਕਰ ਰਹੀ ਉਵੇਂ ਹੀ, ਨੈ ਸਰੋਧ ਕਿ ਤੇਰੀ ਜਿਹੜੀ ਧਾਰਾ ਹੈਗੀ ਉਸੇ ਤਰ੍ਹਾਂ ਨਾਲ ਬਹਿ ਰਹੀ ਹੈ, ਤੇਰੀ ਜਿਹੜੀ ਉਸੇ ਤਰ੍ਹਾਂ ਦੇ ਨਾਲ ਤੂੰ ਚੱਲੀ ਜਾ ਰਿਹਾ ਹੈ, ਤੇਰੀ ਜਲ ਧਾਰਾ ਉਸੇ ਤਰ੍ਹਾਂ ਚੱਲ ਰਹੀ ਹੈ। ਇਹਦਾ ਕਾਰਨ ਕੀ ਹੈ? ਤੂੰ ਕਿਉਂ ਤੁਰੀ ਜਾ ਰਿਹਾ? ਸੈਲਾਨੀ ਤੇ ਪੰਛੀ ਮਾਲੀ ਹਨ ਸਭ ਆਰਾਮ ਵਿੱਚ ਆਏ। ਜੇ ਘੁੰਮਣ ਫਿਰਨ ਵਾਲੇ ਲੋਕ ਸੀਗੇ, ਸੈਲਾਨੀ ਸੀਗੇ, ਉਹ ਵੀ ਚੁੱਪ ਕਰਕੇ ਬੈਠ ਗਏ ਆ, ਪੰਛੀ ਵੀ ਮਾਲੀ ਵੀ ਸਾਰੇ ਆਪਣੇ ਆਪਣੇ ਘਰਾਂ ਚਲੇ ਗਏ ਆ। ਸਹਿਮ ਸਵਾਦਲਾ ਛਾ ਰਿਹਾ, ਕੁਦਰਤ ਸਾਰੀ ਸੌਂ ਗਈ ਹੈ, ਕੁਦਰਤ ਸਾਰੀ ਸ਼ਾਂਤ ਹੋ ਗਈ ਹੈ, ਤੇ ਤੂੰ ਪਤਾ ਨਹੀਂ ਕਿਉਂ ਚੱਲੀ ਜਾ ਰਿਹਾ ਹੈ, ਤੇਰਾ ਕੀ ਕਾਰਨ ਹੈ ਚੱਲਣ ਦਾ? ਕੁਦਰਤ ਟਿੱਗੀ ਸਾਰੀ। ਚਸ਼ਮਾ ਦਾ ਅੱਗੇ ਆਨਸਰ ਹੈ, ਚਸ਼ਮਾ ਅੱਗੇ ਕਿਸ ਤਰ੍ਹਾਂ ਦਾ ਆਨਸਰ ਦੇ ਰਿਹਾ, ਜਵਾਬ ਦੇ ਰਿਹਾ। ਸੀਨੇ ਖਿੱਚ ਜਿਨ੍ਹਾਂ ਨੇ ਖਾਧੀ ਉਹ ਕਰ ਆਰਾਮ ਨਹੀਂ ਬਹਿੰਦੇ, ਨਿਉ ਵਾਲੇ ਨੈਣਾ ਕੀ ਨੀਂਦਰ ਉਹ ਦਿਨੇ ਰਾਤ ਪਏ ਬਹਿੰਦੇ, ਇੱਕੋ ਲਗਨ ਲੱਗੀ ਲਈ ਜਾਂਦੀ ਹੈ ਟੋਰ ਅਨੰਤ ਉਹਨਾਂ ਦੀ, ਬਸਲੋਂ ਉਰੇ ਮਕਾਮ ਨਾ ਕੋਈ ਸੋ ਚਾਲ ਪਏ ਨਿਤ ਰਹਿੰਦੇ। ਨਿਉ ਵਾਲੇ ਹੁੰਦਾ ਹੈ ਸ਼ਬਦ ਜਿਹੜੇ ਆਪਾਂ ਹਾਈਲਾਈਟ ਕੀਤੇ ਆ। ਨਿਉ ਵਾਲੇ ਹੁੰਦਾ ਹੈਗਾ ਪਿਆਰ ਕਰਨ ਵਾਲੇ, ਮੁਹੱਬਤ ਕਰਨ ਵਾਲੇ ਲੋਕ ਕਦੇ ਵੀ ਟਿਕ ਕੇ ਨਹੀਂ ਬਹਿੰਦੇ, ਕਿਉਂਕਿ ਉਹਨਾਂ ਦੇ ਮਨ ਦੇ ਵਿੱਚ ਮਿਲਾਪ ਦਾ ਸੰਕਲਪ ਹੁੰਦਾ ਤੇ ਉਹ ਆਪਣੇ ਮਿੱਤਰ ਪਿਆਰਿਆਂ ਨੂੰ ਮਿਲਣ ਲਈ ਹਮੇਸ਼ਾ ਹੀ ਤੁਰੇ ਰਹਿੰਦੇ ਆ ਸਫ਼ਰ ਦੇ ਉੱਪਰ। ਨਿਉ ਵਾਲੇ ਨੈਣਾ ਜਿਨ੍ਹਾਂ ਦੇ ਪਿਆਰ ਭਰੀਆਂ ਅੱਖਾਂ ਜਿਹਨੂੰ ਕਹਿੰਦੇ ਆ, ਅਨੰਤ ਹੁੰਦਾ ਹੈਗਾ ਜਿਸ ਦਾ ਕੋਈ ਅੰਤ ਨਾ ਹੋਵੇ, ਬਸਲੋਂ ਉਰੇ ਮਿਲਾਪ ਤੋਂ ਪਹਿਲਾਂ ਕੋਈ ਉਹਨਾਂ ਦਾ ਪੜਾਅ ਨਹੀਂ ਹੁੰਦਾ, ਮਕਾਮ ਹੁੰਦਾ ਪੜਾਅ ਟਿਕਾਣਾ। ਇਹ ਸ਼ਬਦਾਂ ਦੇ ਅਰਥ ਹੈ। ਕਹਿਣ ਦਾ ਭਾਵ ਕਿ ਜਿਹੜੇ ਲੋਕ ਉਸ ਪਰਮਾਤਮਾ ਨੂੰ, ਉਸ ਪ੍ਰਭੂ ਦੀ ਭਗਤੀ ਦੇ ਵਿੱਚ ਲੀਨ ਹੁੰਦੇ ਹੈ, ਉਸ ਦੀ ਪ੍ਰਾਪਤੀ ਤੋਂ ਬਗੈਰ ਪਹਿਲਾਂ ਕਦੇ ਵੀ ਪੜਾਅ ਨਹੀਂ ਕਰਦੇ, ਸਿਰਫ ਉਸ ਦੀ ਪ੍ਰਾਪਤੀ ਲਈ ਸਦਾ ਸੰਘਰਸ਼ਸ਼ੀਲ ਰਹਿੰਦੇ ਹਨ। ਇਹ ਇੱਕ ਤਰ੍ਹਾਂ ਦੇ ਨਾਲ ਸੰਕਲਪ ਪੇਸ਼ ਕੀਤਾ ਹੈਗਾ ਭਾਈ ਵੀਰ ਸਿੰਘ ਨੇ ਚਸ਼ਮੇ ਦਾ, ਕਿ ਜਿਸ ਤਰ੍ਹਾਂ ਸਮੁੰਦਰ ਦੇ ਵਿੱਚ ਗਰਮੀ ਦੇ ਨਾਲ ਭਾਪ ਉੱਡ ਕੇ ਮੀਂਹ ਪੈਂਦਾ, ਮੀਂਹ ਪੈ ਕੇ ਜਾਂ ਬਰਫ਼ ਦੇ ਰੂਪ ਦੇ ਵਿੱਚ ਪਹਾੜਾਂ ਦੇ ਉੱਪਰ ਜੰਮ ਜਾਂਦੀ ਹੈ ਬਰਫ਼, ਉਸ ਤੋਂ ਬਾਅਦ ਪਾਣੀ ਪਿਘਲਦਾ ਹੈ, ਪਾਣੀ ਪਿਘਲ ਕੇ ਫਿਰ ਵਾਪਸ ਸਮੁੰਦਰ ਦੇ ਵਿੱਚ ਵਿਲੀਨ ਹੋਣਾ ਚਾਹੁੰਦਾ। ਇਸੇ ਤਰ੍ਹਾਂ ਹੀ ਆਤਮਾ ਤੇ ਪਰਮਾਤਮਾ ਦਾ ਸੰਕਲਪ ਹੈ। ਜਿਹੜਾ ਆਤਮਾ ਹੈਗੀ ਉਹ ਪਰਮਾਤਮਾ ਨਾਲੋਂ ਵਿਛੜੀ ਹੋਈ ਹੈ, ਤੇ ਵਿਛੜੀ ਹੋਈ ਆਤਮਾ ਮਨੁੱਖ ਦੇ ਰੂਪ ਦੇ ਵਿੱਚ ਇੱਥੇ ਆ ਕੇ ਭਗਤੀ ਕਰੇਗੀ, ਤਾਂ ਹੀ ਉਹ ਵਾਪਸ ਪਰਮਾਤਮਾ ਦੇ ਵਿੱਚ ਵਿਲੀਨ ਹੋ ਸਕਦੀ ਹੈ, ਨਹੀਂ ਤਾਂ ਉਸਨੂੰ ਵੱਖ-ਵੱਖ ਜੁਨੀਆਂ ਦੇ ਵਿੱਚ ਭਟਕਣਾ ਪਊਗਾ। ਇਹ ਭਾਈ ਵੀਰ ਸਿੰਘ ਦਾ ਅਧਿਆਤਮਵਾਦੀ ਫਲਸਫਾ ਹੈ। ਅਗਲੀ ਕਵਿਤਾ ਉਹਨਾਂ ਦੀ ਹੈਗੀ ਹੈ ਰੌਂ ਰੁੱਖ। ਰੌਂ ਰੁੱਖ ਕਵਿਤਾ ਦੇ ਵਿੱਚ ਵੀ ਇਸੇ ਤਰ੍ਹਾਂ ਹੀ ਇੱਕ ਵਿਚਾਰ ਦਿੱਤਾ ਗਿਆ। ਵਿਚਾਰ ਕੀ ਹੈ ਕਿ ਜਿਹੜਾ ਮਨੁੱਖ ਝੁਕ ਜਾਂਦਾ ਹੈ ਉਹ ਬਚ ਜਾਂਦਾ ਹੈ, ਜਿਹੜਾ ਮਨੁੱਖ ਆਪਣੇ ਆਪ ਨੂੰ ਆਕੜਦਾ ਜਾਂ ਜਿਸ ਤਰ੍ਹਾਂ ਇਸ ਤਰ੍ਹਾਂ ਦੀ ਉਹਦੀ ਸਥਿਤੀ ਹੁੰਦੀ ਹੈ ਉਹ ਟੁੱਟ ਜਾਂਦਾ, ਉਖੜ ਜਾਂਦਾ। ਸਿੱਧੀ ਜੀ ਗੱਲ, ਸਾਗਰ ਪੁੱਛਦਾ ਨਦੀਏ ਸਾਰੇ ਬੂਟੀਆਂ ਲਿਆਵੇਂ, ਪਰ ਨਾ ਕਦੀ ਬੈਂਤ ਦਾ ਬੂਟਾ ਇੱਥੇ ਆਣ ਪਹੁੰਚਾਵੇਂ। ਕਹਿੰਦਾ ਵੀ ਤੂੰ ਮੇਰੇ ਵਿੱਚ ਜਦੋਂ ਆ ਕੇ ਵਿਲੀਨ ਹੁੰਨੀ ਹੈ ਤਾਂ ਬਹੁਤ ਸਾਰੇ ਬੂਟੇ ਨਾਲ ਤੇਰੇ ਆ ਜਾਂਦੇ ਉਖੜ ਕੇ। ਨਦੀ ਆਖਦੀ ਆਕੜ ਵਾਲੇ ਸਭ ਬੂਟੇ ਪੱਟ ਸਕਾਂ। ਨਦੀ ਇਹ ਗੱਲ ਜਵਾਬ ਦਿੰਦੀ ਹੈ ਕਿ ਜੇਕਰ ਆਕੜ ਵਾਲੇ ਜਿੰਨੇ ਵੀ ਬੂਟੇ ਹੈਗੇ ਸਾਰੇ ਉਹ ਤਾਂ ਮੈਂ ਪੱਟ ਕੇ ਸੁੱਟ ਦਿੰਨੀ ਆ, ਉਹ ਤਾਂ ਪੱਟ ਕੇ ਉਖਾੜ ਦਿੰਨੀ ਆ, ਪਰ ਜਿਹੜੇ ਝੁਕ ਜਾਂਦੇ ਆ ਮੇਰੇ ਅੱਗੇ ਉਹਨਾਂ ਦੇ ਉੱਤੋਂ ਦੀ ਮੈਨੂੰ ਲੰਘਣਾ ਪੈਂਦਾ ਤੇ ਉਹ ਬਾਅਦ ਦੇ ਵਿੱਚ ਉਸੇ ਤਰ੍ਹਾਂ ਸਥਿਰ ਰਹਿੰਦੇ ਆ। ਪਰ ਜੋ ਝੁਕੇ ਵਗੇ ਰੌਂ ਰੁੱਖ ਨੂੰ ਪੇਸ਼ ਨਾ ਉਸ ਤੇ ਜਾਵੇ, ਉਸ ਦੇ ਉੱਪਰ ਮੇਰੀ ਕੋਈ ਪੇਸ਼ ਨਹੀਂ ਜਾਂਦੀ। ਕਈ ਵਿਦਵਾਨ ਲੋਕ ਇਹ ਵੀ ਕਹਿੰਦੇ ਆ ਕਿ ਇਸ ਕਵਿਤਾ ਦੇ ਵਿੱਚ ਕਵੀ ਇੱਕ ਤਰ੍ਹਾਂ ਦੇ ਨਾਲ ਝੁਕਣ ਦੀ ਗੱਲ ਕਰਦਾ ਹੈ। ਝੁਕਣ ਦੀ ਗੱਲ ਉਸ ਸਮੇਂ, ਕਿਉਂਕਿ ਦੇਸ਼ ਦੀ ਆਜ਼ਾਦੀ ਦੀ ਲਹਿਰ ਚੱਲ ਰਹੀ ਸੀਗੀ, ਦੇਸ਼ ਦੀ ਆਜ਼ਾਦੀ ਦੀ ਲਹਿਰ ਦੇ ਵਿੱਚ ਜਿਹੜੇ ਲੋਕ ਸੰਘਰਸ਼ ਕਰ ਰਹੇ ਸੀਗੇ ਅੰਗਰੇਜ਼ਾਂ ਦੇ ਅੱਗੇ ਝੁਕੇ ਨਹੀਂ, ਉਹਨਾਂ ਨੂੰ ਸਜ਼ਾਵਾਂ ਹੋਈਆਂ, ਤੇ ਜਿਹੜੇ ਲੋਕ ਅੰਗਰੇਜ਼ ਭਗਤੀ ਦੇ ਵਿੱਚ ਵਿਲੀਨ ਸੀਗੇ ਉਹਨਾਂ ਨੂੰ ਕਿਸੇ ਨਾ ਕਿਸੇ ਰੂਪ ਦੇ ਵਿੱਚ ਉਹਨਾਂ ਸਜ਼ਾਵਾਂ ਤੋਂ ਪਾਸੇ ਰੱਖਿਆ ਗਿਆ, ਉਹ ਉਹਨਾਂ ਨੂੰ ਉੱਚੇ ਅਹੁਦੇ ਦਿੱਤੇ ਗਏ। ਇਸ ਤਰ੍ਹਾਂ ਨਾਲ ਭਾਈ ਵੀਰ ਸਿੰਘ ਦੀਆਂ ਦੋ ਕਵਿਤਾਵਾਂ ਇਸ ਪਾਠ ਪੁਸਤਕ ਦੇ ਵਿੱਚ ਸ਼ਾਮਲ ਕੀਤੀਆਂ ਗਈਆਂ। ਛੋਟੇ ਕੁਐਸਚਨ ਇਹਨਾਂ ਦੇ ਵਿੱਚ ਪੁੱਛੇ ਜਾ ਸਕਦੇ ਆ ਬੇਟਾ, ਜਿਸ ਤਰ੍ਹਾਂ ਕਿ ਭਾਈ ਵੀਰ ਸਿੰਘ ਨੂੰ ਕਿਹੜੀ ਕਿਤਾਬ ਦੇ ਉੱਪਰ ਪ੍ਰਾਈਜ਼ ਮਿਲਿਆ, ਜਾਂ ਆਧੁਨਿਕ ਪੰਜਾਬੀ ਕਵਿਤਾ ਦੇ ਜਿਹੜਾ ਕਾਵਿ ਸੰਗ੍ਰਹਿ ਹੈ ਉਹਦੇ ਸੰਪਾਦਕ ਕੌਣ ਹਨ, ਤੇ ਜਾਂ ਇਹਨਾਂ ਕਵਿਤਾਵਾਂ ਦਾ ਕੇਂਦਰੀ ਭਾਵ ਇੱਕ ਦੋ ਲਾਈਨਾਂ ਦੇ ਵਿੱਚ ਲਿਖਣਾ ਹੋਊਗਾ। ਜਿਹੜੇ 2 ਨੰਬਰ ਦੇ ਕੁਐਸਚਨ ਤੁਹਾਨੂੰ ਆਉਣੇ, ਉਹਨਾਂ ਬਾਰੇ ਪ੍ਰਸ਼ਨ ਪੁੱਛੇ ਜਾ ਸਕਦੇ ਹਨ। ਅਗਲਾ ਕਵੀ ਹੈ ਧਨੀ ਰਾਮ ਚਾਤਰਿਕ। ਧਨੀ ਰਾਮ ਚਾਤਰਿਕ ਪੰਜਾਬੀ ਸਾਹਿਤ ਦਾ ਅਜਿਹਾ ਕਵੀ ਹੈ ਜਿਸ ਨੇ ਪੰਜਾਬੀ ਕਵਿਤਾ ਨੂੰ ਅਧਿਆਤਮਵਾਦ ਤੇ ਧਾਰਮਿਕ ਬਲਗਣਾ ਵਿੱਚੋਂ ਕੱਢ ਕੇ ਪੰਜਾਬੀ ਜਨ ਜੀਵਨ ਦੇ ਨਾਲ ਜੋੜਿਆ। ਧਨੀ ਰਾਮ ਚਾਤਰਿਕ ਦਾ ਜਨਮ 4 ਅਕਤੂਬਰ 1876 ਈਸਵੀ ਨੂੰ ਹੋਇਆ। ਧਨੀ ਰਾਮ ਚਾਤਰਿਕ ਦਾ ਜਿਹੜਾ ਪਾਲਣ ਪੋਸ਼ਣ ਸੀਗਾ ਉਹ ਪਿੰਡਾਂ ਦੇ ਵਿੱਚ ਹੋਇਆ ਸੀਗਾ। ਉਹ ਆਪਣੇ ਚਾਚਾ ਦੇ ਨਾਲ ਅਕਸਰ ਮੇਲਿਆਂ, ਤਮਾਸ਼ਿਆਂ, ਰਾਸਾਂ ਤੇ ਧਾਰਮਿਕ ਸਮਾਗਮਾਂ ਦੇ ਉੱਪਰ ਜਾਂਦਾ ਸੀ। ਉਹ ਆਪ
ਇਹਨਾਂ ਥਾਵਾਂ ਤੇ ਆਪਣੇ ਨਾਲ ਉਹਨਾਂ ਨੂੰ ਧਨੀ ਰਾਮ ਚਾਤਰਿਕ ਨੂੰ ਲੈ ਜਾਂਦਾ ਸੀਗਾ, ਔਰ ਉਹ ਇਸ ਤਰ੍ਹਾਂ ਨਾਲ ਬਚਪਨ ਵਿੱਚ ਹੀ ਉਹਨੂੰ ਪੇਂਡੂ ਸੱਭਿਆਚਾਰ ਤੇ ਧਾਰਮਿਕ ਵਿਰਸੇ ਦਾ ਗਹਿਰਾ ਪ੍ਰਭਾਵ ਦੇਖਣ ਨੂੰ ਮਿਲ ਗਿਆ ਲੋਕ ਮੇਲਿਆਂ ਤੋਂ, ਤੇ ਉਹ ਅੱਗੇ ਜਾ ਕੇ ਉਸ ਦੀ ਕਵਿਤਾ ਦਾ ਆਧਾਰਸ਼ਿਲਾ ਬਣਦੇ ਆ, ਆਧਾਰ ਭੂਮੀ ਬਣ ਜਾਂਦੇ ਆ। ਹੁਣ ਅਸੀਂ ਦੇਖਦੇ ਹਾਂ ਕਿ ਭਾਈ ਵੀਰ ਸਿੰਘ ਤੋਂ ਬਾਅਦ ਧਨੀ ਰਾਮ ਚਾਤਰਿਕ ਦੀ ਕਵਿਤਾ ਵਿੱਚ ਧਾਰਮਿਕ ਵਿਸ਼ਿਆਂ ਦੀ ਥਾਂ ਦੇ ਉੱਪਰ ਪੰਜਾਬੀ ਜਨ ਜੀਵਨ ਨਾਲ ਸੰਬੰਧਿਤ ਸਧਾਰਨ ਲੋਕਾਂ ਦੇ ਮਸਲਿਆਂ ਦੀ ਗੱਲ ਕੀਤੀ ਗਈ ਹੈ, ਮੇਲਿਆਂ ਦੀ ਗੱਲ ਕੀਤੀ ਗਈ ਹੈ, ਜਾਂ ਪੰਜਾਬੀ ਭਾਸ਼ਾ ਦੀ ਗੱਲ ਕੀਤੀ ਗਈ ਹੈ, ਜਾਂ ਪੰਜਾਬ ਦੇ ਇਤਿਹਾਸ ਦੀ ਗੱਲ ਕੀਤੀ ਗਈ ਹੈ। ਉਸ ਦੇ ਜਿਹੜੇ ਪ੍ਰਮੁੱਖ ਕਾਵਿ ਸੰਗ੍ਰਹਿ ਸੀ ਉਹਨਾਂ ਦੇ ਵਿੱਚ ਪ੍ਰਮੁੱਖ ਕਾਵਿ ਸੰਗ੍ਰਹਿਾਂ ਦੇ ਵਿੱਚ ਉਹਦੇ ਜਿਹੜੇ ਚੰਦਨਵਾੜੀ, ਕੇਸਰ ਕਿਆਰੀ, ਨਵਾਂ ਜਹਾਨ, ਨੂਰ ਜਹਾਂ, ਬਾਦਸ਼ਾਹ ਬੇਗਮ ਅਤੇ ਸੂਫੀ ਖਾਨਾ ਹਨ। 18 ਦਸੰਬਰ 1954 ਈਸਵੀ ਨੂੰ ਧਨੀ ਰਾਮ ਚਾਤਰਿਕ ਦੀ ਮੌਤ ਹੋ ਜਾਂਦੀ ਹੈ। ਇਸ ਸੰਸਾਰ ਨੂੰ ਅਲਵਿਦਾ ਕਹਿ ਜਾਂਦੇ ਆ। ਧਨੀ ਰਾਮ ਚਾਤਰਿਕ ਦੀ ਕਵਿਤਾ ਵਿੱਚ ਪੰਜਾਬੀ ਸੱਭਿਆਚਾਰ ਦੇ ਰੰਗੀਨ ਤੇ ਲੋਕ ਭਾਵਨਾ ਦੇ ਪੇਸ਼ਕਾਰੀ ਮਿਲਦੀ ਹੈ। ਉਹ ਪੰਜਾਬੀ ਭਾਸ਼ਾ ਨੂੰ ਬੇਹੱਦ ਪਿਆਰ ਕਰਦੇ ਸੀ। ਉਹਨਾਂ ਨੇ ਪੰਜਾਬ ਦੇ ਪੇਂਡੂ ਜੀਵਨ ਨੂੰ ਰੱਜ ਕੇ ਮਾਨਿਆ। ਅੰਗਰੇਜ਼ਾਂ ਦੇ ਰਾਜ ਅਧੀਨ ਵਾਪਰ ਰਹੀਆਂ ਨਵੀਆਂ ਤਬਦੀਲੀਆਂ ਨੂੰ ਵੀ ਉਹਨੇ ਨੇੜੇ ਤੋਂ ਦੇਖਿਆ। ਦੇਸ਼ ਦੀ ਆਜ਼ਾਦੀ ਲਈ ਚੱਲ ਰਹੀਆਂ ਵੱਖ-ਵੱਖ ਸਮਾਜਿਕ ਰਾਸ਼ਟਰੀ ਲਹਿਰਾਂ ਤੇ ਆਪ ਚਸ਼ਮਦੀਨ ਗਵਾਹ ਵੀ ਰਹੇ ਸੀ। ਆਪ ਦਾ ਅਨੁਭਵ ਬਹੁਤ ਵਿਸ਼ਾਲ ਤੇ ਡੂੰਘਾ ਸੀ। ਆਪ ਪਹਿਲੇ ਆਧੁਨਿਕ ਪੰਜਾਬੀ ਕਵੀ ਸਨ ਜਿਨ੍ਹਾਂ ਦੀ ਕਵਿਤਾ ਵਿੱਚ ਸਮਕਾਲੀ ਸਮਾਜਿਕ ਆਰਥਿਕ ਸਰੋਕਾਰਾਂ ਨੂੰ ਥਾਂ ਮਿਲੀ। ਸਧਾਰਨ ਗਰੀਬ ਕਿਸਾਨ, ਮਜ਼ਦੂਰ ਤੇ ਕਿਰਤੀ ਲੋਕਾਂ ਦੀਆਂ ਸਮੱਸਿਆਵਾਂ, ਆਪਸੀ ਭਾਈਚਾਰਾ, ਨੈਤਿਕ ਕਦਰਾਂ ਕੀਮਤਾਂ ਤੇ ਪ੍ਰਕਿਰਤੀ ਚਿਤਰਨ ਉਹਨਾਂ ਦੀ ਕਵਿਤਾ ਦੇ ਅੰਗ ਬਣ ਗਏ। ਆਪ ਦੀ ਆਧੁਨਿਕ ਪੰਜਾਬੀ ਕਵਿਤਾ ਪਾਠ ਪੁਸਤਕ ਵਿੱਚ ਧਨੀ ਰਾਮ ਚਾਤਰਿਕ ਦੀ ਕਵਿਤਾ ਰਾਧਾ ਸੰਦੇਸ਼ ਵਿੱਚ ਸ੍ਰੀ ਕ੍ਰਿਸ਼ਨ ਅਤੇ ਰਾਧਾ ਦੇ ਆਪਸੀ ਪਿਆਰ ਮੁਹੱਬਤ ਦੀ ਗੱਲ ਕੀਤੀ ਗਈ ਹੈ। ਜਦੋਂ ਕੰਸ ਨੂੰ ਮਾਰ ਕੇ ਸ੍ਰੀ ਕ੍ਰਿਸ਼ਨ ਜੀ ਮਥੁਰਾ ਦੇ ਰਾਜ ਪ੍ਰਬੰਧ ਵਿੱਚ ਜੁਟ ਜਾਂਦੇ ਹਨ ਤਾਂ ਉਸ ਤੋਂ ਬਾਅਦ ਬ੍ਰਿਜ ਦੀਆਂ ਗੋਪੀਆਂ ਵੱਲੋਂ ਸਨੇਹ ਤੇ ਸਨੇਹ ਆਉਣੇ ਸ਼ੁਰੂ ਹੋ ਜਾਂਦੇ ਆ। ਅੰਤ 'ਚ ਸ੍ਰੀ ਕ੍ਰਿਸ਼ਨ ਜੀ ਉਦੋਂ ਨੂੰ ਭੇਜਦੇ ਆ ਆਪਣਾ ਸਨੇਹਾ ਲੈ ਕੇ ਕਿ ਭਾਈ ਤੂੰ ਜਾ ਔਰ ਉਹਨਾਂ ਨੂੰ ਦੱਸ ਕਿ ਮੈਂ ਕਿਸ ਤਰ੍ਹਾਂ ਬਹੁਤ ਬਿਜੀ ਹਾਂ, ਸਾਡੀ ਲਾਚਾਰੀ ਦੱਸ ਉਹਨਾਂ ਨੂੰ ਜਾ ਕੇ, ਗੋਪੀਆਂ ਨੂੰ ਗਿਆਨ ਤੇ ਉਪਦੇਸ਼ ਦੇ। ਉਦੋਂ ਦੀਆਂ ਗੱਲਾਂ ਤੋਂ ਖਿੱਚ ਕੇ ਰਾਧਾ ਉਸ ਨੂੰ ਉੱਤਰ ਦਿੰਦੀ ਹੈ। ਪ੍ਰੇਮ ਲਗਨ ਵਿੱਚ ਝੱਲੀ ਹੋਈ ਕੋਈ ਵੀ ਗੱਲ ਉਦੋਂ ਨਾਲ ਕਰਦੀ ਹੈ ਅਤੇ ਆਪਣੇ ਕ੍ਰਿਸ਼ਨ ਨੂੰ ਉਲਾਂਭੇ ਵੀ ਦਿੰਦੀ ਹੈ। ਇਸ ਦੇ ਵਿੱਚ ਹੁਣ ਜਿਸ ਤਰ੍ਹਾਂ ਇਹ ਕਵਿਤਾ ਦੀ ਗੱਲ ਆਪਾਂ ਕਰ ਰਹੇ ਹਾਂ, ਇਸ ਕਵਿਤਾ ਵਿੱਚ ਬੜੇ ਸਪਸ਼ਟ ਰੂਪ ਦੇ ਵਿੱਚ ਇਹ ਗੱਲਾਂ ਕੀਤੀਆਂ ਗਈਆਂ। ਇਸ ਕਵਿਤਾ ਦੀ ਇੱਕ ਵਿਸ਼ੇਸ਼ਤਾ ਇਹ ਹੈ ਕਿ ਇਸ ਕਵਿਤਾ ਵਿੱਚ ਬਹੁਤ ਸਾਰੇ ਲੋਕ ਮੁਹਾਵਰੇ ਪੇਸ਼ ਕੀਤੇ ਆ ਕਵੀ ਨੇ। ਬਹੁਤ ਘੱਟ ਕਵਿਤਾਵਾਂ ਵਿੱਚ ਹੁੰਦੀ ਹੈ ਕਿ ਜਿਹੜੇ ਲੋਕ ਮੁਹਾਵਰੇ ਪੇਸ਼ ਕੀਤੇ ਜਾਂਦੇ ਆ। ਜਿਸ ਤਰ੍ਹਾਂ ਇਹਦੇ 'ਚ ਦੇਖੋ ਤੁਸੀਂ, ਚਿੰਨਗਾਂ ਚੁਆਤੀਆਂ ਲਾਉਣੀਆਂ, ਚਿੰਨਗ ਚੁਆਤੀ ਲਾਉਣੀ, ਇਹਦਾ ਭਾਵ ਸਿੱਧਾ ਸਿੱਧਾ ਤੇ ਸਪਸ਼ਟ ਇਹ ਹੈਗਾ ਕਿ ਕਿਸੇ ਨੂੰ ਦੁਖੀ ਕਰਨਾ। ਇਸੇ ਤਰ੍ਹਾਂ 18 ਘਾਵਾਂ ਦਾ 18 ਦੁੱਖ ਭੁੱਲਣੇ, ਨਸਤਰਾਂ ਚਲਾਉਣੀਆਂ ਦੁੱਖ ਦੇਣੇ, ਕਾਲਜਾ ਘੁੱਟ ਕੇ ਬਹਿਣਾ ਸਬਰ ਕਰਨਾ, ਸੁੱਤੀਆਂ ਕਲਾਂ ਜਗਾਉਣਾ, ਖਤਮ ਹੋਈਆਂ ਗੱਲਾਂ ਨੂੰ ਮੁੜ ਕੇ ਸਾਹਮਣੇ ਲੈ ਆਉਣਾ, ਦੱਬੇ ਮੁਰਦੇ ਪੁੱਟਣਾ। ਇਹਦਾ ਭਾਵ ਇਹ ਵੀ ਹੁੰਦਾ ਗੋਗਲੋਂ ਤੋਂ ਮਿੱਟੀ ਝਾੜਨੀ, ਦਿਲ ਰੱਖਣ ਦੀਆਂ ਗੱਲਾਂ ਕਰਨੀਆਂ, ਤੇਲ ਪਾ ਛੱਡਣਾ, ਬਹੁਤ ਦੁੱਖ ਦੇਣਾ। ਇਹ ਗੱਲਾਂ ਜਿਹੜੀਆਂ ਇਸ ਕਵਿਤਾ ਦੇ ਵਿੱਚ ਇਸ ਤਰ੍ਹਾਂ ਦੇ ਜਿਹੜੇ ਮੁਹਾਵਰੇ ਆਏ ਆ, ਇਹ ਸਿਰਫ ਤੇ ਸਿਰਫ ਧਨੀ ਰਾਮ ਚਾਤਰਿਕ ਦੀ ਕਵਿਤਾ ਦੇ ਵਿੱਚ ਹੀ ਮਿਲਦੇ ਆ। ਇਹ ਤੋਂ ਪਹਿਲਾਂ ਵਾਰਿਸ ਸ਼ਾਹ ਦੀ ਕਵਿਤਾ ਦੇ ਵਿੱਚ ਵੀ ਮਿਲਦੇ ਸੀਗੇ। ਇਸ ਕਵਿਤਾ ਦੇ ਵਿੱਚ ਕਵੀ ਨੇ ਰਾਧਾ ਦੇ ਮੂੰਹੋਂ ਇਹ ਗੱਲ ਕਹਾਈ ਹੈ ਕਿ ਕਿਸ ਤਰ੍ਹਾਂ ਅਸੀਂ ਤੇਰੇ ਵਿਛੋੜੇ ਦੇ ਵਿੱਚ ਦੁਖੀ ਹੋ ਰਹੀਆਂ, ਕਿਸ ਤਰ੍ਹਾਂ ਸਾਨੂੰ ਤੂੰ ਦੁਖੀ ਕੀਤਾ। ਅਗਲੇ ਪਹਿਰੇ ਦੇ ਵਿੱਚ ਵੀ ਦੇਖੋ ਇਸੇ ਤਰ੍ਹਾਂ ਹੀ, ਕੂੰਜ ਵਾਂਗ ਕਲਾਉਣਾ, ਵਿਛੋੜੇ ਵਿੱਚ ਤੜਫਣਾ, ਵਾਟਾਂ ਵੇਂਦੀਆਂ ਔਸੀਆਂ ਪਾਉਂਦੀਆਂ ਦਾ ਭਾਵ ਹੈ ਤੀਬਰਤਾ ਨਾਲ ਉਡੀਕ ਕਰ ਰਹੀਆਂ ਅਸੀਂ, ਸਾਂਗਾਂ ਹੁੰਦੀਆਂ ਵਰਸ਼ੀਆਂ, ਲੜ ਖਾਂਦੀਆਂ ਤੜਫਾਉਂਦੀਆਂ, ਹਿਜਰ ਹੁੰਦਾ ਵਿਛੋੜਾ। ਇਸੇ ਤਰ੍ਹਾਂ ਨਸੀਬ ਫੁੱਟਣੇ, ਕਿਸਮਤ ਵਿਗੜ ਜਾਣੀ, ਝੁਰਨਾ ਪਛਤਾਉਣਾ। ਇਹ ਸਾਰੇ ਸ਼ਬਦਾਂ ਦੇ ਅਰਥ ਤੁਹਾਨੂੰ ਮੈਂ ਦੱਸੇ ਹੈਗੇ ਆ ਤੇ ਬਾਕੀ ਕਵਿਤਾ ਬਿਲਕੁਲ ਸਿੰਪਲ ਹੋ ਜਾਊਗੀ ਜਦੋਂ ਤੁਹਾਨੂੰ ਇਹਨਾਂ ਅਰਥਾਂ ਦਾ ਪਤਾ ਲੱਗ ਗਿਆ ਕਿ ਕਿਸ ਤਰ੍ਹਾਂ ਦੇ ਨਾਲ ਉਹ ਤੜਫ ਰਹੀ ਸੀ ਉਹਦੇ ਵਿਛੋੜੇ ਦੇ ਵਿੱਚ, ਕਿਸ ਤਰ੍ਹਾਂ ਦੇ ਨਾਲ ਉਹਦਾ ਵਿਛੋੜਾ ਚੱਲ ਰਹੀ ਸੀਗੀ। ਅੱਗੇ ਚੱਲ ਕੇ ਕਵੀ ਜਿਵੇਂ ਹੁਣ ਕੁਬਜਾਂ ਸ਼ਬਦ ਦਾ ਅਰਥ ਇਹ ਹੈ ਕਿ ਜਿਹੜੀ ਇੱਕ ਕੁੱਬੀ ਮਾਲਣ ਸੀਗੀ ਉਹਨੂੰ ਸ੍ਰੀ ਕ੍ਰਿਸ਼ਨ ਜੀ ਨੇ ਠੀਕ ਕੀਤਾ ਸੀਗਾ, ਉਹਦਾ ਕੁੱਬ ਕੱਟਿਆ ਸੀ,
ਕੁਬਜਾਂ ਸ਼ਬਦ ਦਾ ਭਾਵ ਹੀ ਹੈ ਕੋਰੜੂ ਮੋਠ। ਜਿਸ ਤਰ੍ਹਾਂ ਇੱਕ ਅਸੀਂ ਦਾਲ ਧਰਦੇ ਹਾਂ, ਦਾਲ ਧਰਨ ਤੋਂ ਬਾਅਦ ਉਹਦੇ ਵਿੱਚ ਕੁਝ ਦਾਣੇ ਇਹ ਜਿਹੇ ਹੁੰਦੇ ਆ ਜਿਹੜੇ ਕੱਚੇ ਰਹਿ ਜਾਂਦੇ ਆ, ਜਿੰਨਾ ਮਰਜ਼ੀ ਉਹਨਾਂ ਨੂੰ ਤੁਸੀਂ ਉਬਾਲੀ ਜਾਓ ਦਾਲ ਨੂੰ, ਪਰ ਉਹ ਕੱਚੇ ਰਹਿੰਦੇ ਆ। ਕੋਰੜੂ ਦਾ ਸਵਾਦ ਸਾਰੇ ਸਵਾਦ ਨੂੰ ਖਰਾਬ ਕਰਦਾ। ਉਸੇ ਤਰ੍ਹਾਂ ਹੀ ਕੋਰੜੂ ਮੋਠ ਵਿੱਚ ਇਸੇ ਤਰ੍ਹਾਂ ਹੀ ਕਹਿੰਦੇ ਸਾਡੇ ਪਿਆਰ ਦੇ ਮੁਹੱਬਤ ਦੇ ਵਿੱਚ ਉਹ ਆ ਕੇ ਕੋਰੜੂ ਬਣ ਗਈ ਹੈ। ਕੁੰਦਨਦੇਹੀ ਹੁੰਦੀ ਹੈਗੀ ਹੈ ਤੁਹਾਡੀ ਜਿਹੜੀ ਸਾਡੀ ਜਿਹੜੀ ਦੇਹ ਹੈਗੀ ਹੈ, ਉਹਨੂੰ ਤੂੰ ਗਾਲ ਰਿਹਾ ਹੈ, ਕਿਸ ਤਰ੍ਹਾਂ ਤੂੰ ਸਾਨੂੰ ਉਹਨੂੰ ਖਤਮ ਕਰ ਰਿਹਾ ਹੈਗਾ। ਇਸੇ ਤਰ੍ਹਾਂ ਤਿਲਾਂ ਵਿੱਚ ਤੇਲ ਨਾ ਜਾਪਣਾ, ਕੰਮ ਸਿਰੇ ਚੜ੍ਹਨ ਦੀ ਆਸ ਨਾ ਹੋਣਾ, ਹੀਜ ਪਿਆਰ ਟੋਣਾ, ਪਰਖ ਲੈਣਾ, ਘੁੱਗ ਵਸਣਾ, ਰਾਜੀ ਖੁਸ਼ੀ ਵਸਦੇ ਹੋਣ ਦੀ ਨਿਸ਼ਾਨੀ। ਇਸ ਕਵਿਤਾ ਦੇ ਵਿੱਚ ਇਸ ਤਰ੍ਹਾਂ ਦੇ ਨਾਲ ਕਵੀ ਨੇ ਜਿਹੜੇ ਮੁਹਾਵਰੇ ਪੇਸ਼ ਕੀਤੇ ਹੈਗੇ ਆ, ਇਹ ਮੁਹਾਵਰਿਆਂ ਦੇ ਥਰੂ ਆਪਣੇ ਮੈਸੇਜ ਨੂੰ ਦੇਣ ਦੀ ਗੱਲ ਕਰਦਾ ਹੈ। ਔਰ ਉਸ ਦੇ ਜਿਹੜੇ ਵਿਛੋੜੇ ਆ, ਵਿਛੋੜੇ ਨੂੰ ਦੀ ਤੀਬਰਤਾ ਨੂੰ ਪ੍ਰਗਟ ਕਰ ਰਿਹਾ ਕਿ ਕਿਸ ਤਰ੍ਹਾਂ ਕ੍ਰਿਸ਼ਨ ਦੇ ਵਿਛੋੜੇ ਦੇ ਵਿੱਚ ਰਾਧਾ ਤੜਫ ਰਹੀ ਹੈ। ਅੱਗੇ ਜਾ ਕੇ ਕਵੀ ਆਪਣੀ ਕਵਿਤਾ ਦੇ ਵਿੱਚ ਕੁਝ ਹੋਰ ਗਿਆਨ ਦੀ ਗੱਲ ਕਰਦਾ ਹੈ। ਸੁਖਣ ਹੁੰਦਾ ਹੈਗਾ ਕੋਈ ਬੋਲ ਕਰ ਲੈਣਾ, ਇਕਰਾਰ ਕਰ ਲੈਣਾ, ਬਾਣ ਆਦਤ ਮਾਲਣ, ਕੁੱਬੀ ਮਾਲਣ, ਉਸੇ ਨੂੰ ਹੀ ਦੂਰੀਅਰ ਪੇਸ਼ ਕੀਤਾ। ਅੰਗ ਪਾਲਣਾ, ਸਾਥ ਨਿਭਾਉਣਾ, ਲੂਲਾਂ ਲਾਉਣੀਆਂ, ਸਜਾਵਟ ਲਾਉਣੀ, ਧੌਲਰ ਹੁੰਦਾ ਮਹਲ। ਇਹ ਸਾਰੀਆਂ ਗੱਲਾਂ ਕ੍ਰਿਸ਼ਨ ਨੂੰ ਇੱਕ ਮੈਸੇਜ ਦੇ ਰੂਪ ਦੇ ਵਿੱਚ ਕਹਿ ਰਹੀ ਹੈ ਰਾਧਾ। ਫਿਰ ਅੱਗੇ ਚੱਲ ਕੇ ਕਵੀ ਨੇ ਇਸ ਚੀਜ਼ ਨੂੰ ਗਾਂਹ ਵਧਾਇਆ ਹੈਗਾ। ਇਹਦੀ ਆਪਾਂ ਚੰਗੀ ਤਰ੍ਹਾਂ ਕਰਦੇ ਹਾਂ। ਕਹਿੰਦਾ ਵੀ ਆਖੀ ਪ੍ਰੇਮ ਇਹ ਪਿੱਛਾ ਨਹੀਂ ਮੋੜਨ ਜੋਗਾ। ਅਖੀਰ ਤੇ ਗੱਲ ਜਿਹੜੀ ਮੁਕਾਉਂਦੀ ਹੈ, ਨੇੜ ਕਰਦੀ ਹੈ ਖਤਮ, ਕਿ ਹੁਣ ਉਸ ਨੂੰ ਕਹਿ ਦੀ ਜਾ ਕੇ ਕਿ ਹੁਣ ਮੈਂ ਪਿੱਛੇ ਮੁੜਨ ਜੋਗੀ ਨਹੀਂ ਰਹੇਗੀ। ਬੇੜੇ ਸਿਦਕ ਦੇ ਠਿਲਦੇ ਰਹਿਣਗੇ ਵੇ, ਇਹਨਾਂ ਨਵਾਂ ਤੋਂ ਮਾਸ ਨਹੀਂ ਵੱਖ ਹੋਣਾ। ਨਵਾਂ ਤੋਂ ਮਾਸ ਵੱਖ ਹੋਣ ਦਾ ਭਾਵ ਕਿ ਤੇਰੇ ਤੋਂ ਵਿਛੋੜਾ ਸਾਡੇ ਤੋਂ ਝੱਲਿਆ ਨਹੀਂ ਜਾਣਾ। ਨਾ ਹੀ ਤੁਸੀਂ ਨੋਹਾਂ ਤੋਂ ਜਿਸ ਤਰ੍ਹਾਂ ਮਾਸ ਨੂੰ ਵੱਖ ਨਹੀਂ ਕੀਤਾ ਜਾ ਸਕਦਾ, ਤੈਨੂੰ ਵੱਖ ਨਹੀਂ ਹੋ ਸਕਦੇ ਜਦ ਤੱਕ ਚੰਦ ਸੂਰ ਚੜ੍ਹਨ ਲੈਣਗੇ ਵੇ। ਇਸ ਇਸ਼ਕ ਦੀ ਛਿੜੇਗੀ ਬਾਰ ਮਾਹੀਆ, ਜਿੱਥੇ ਚਾਰ ਬੰਦੇ ਰਲ ਕੇ ਬਹਿਣਗੇ। ਜਦੋਂ ਚਾਰ ਬੰਦੇ ਰਲ ਕੇ ਬੈਠਣਗੇ ਸਾਡੇ ਮੁਹੱਬਤ ਦੀ ਗੱਲ ਕਰਨਗੇ। ਉਹ ਕੜੀਆਂ ਕੁਬਜਾਂ ਦਾ ਕਿਸੇ ਨਹੀਂ ਨਾਂ ਲੈਣਾ, ਜਿਹੜੀ ਮਾਲਣ ਦੀ ਗੱਲ ਕਰਦੇ ਆ ਬਾਰ-ਬਾਰ, ਉਹਦਾ ਕਿਸੇ ਨੇ ਜ਼ਿਕਰ ਨਹੀਂ ਕਰਨਾ। ਰਾਧਾ ਆਖ ਪਿੱਛੋਂ ਕ੍ਰਿਸ਼ਨ ਕਹਿਣਗੇ ਵੀ। ਅੱਜ ਵੀ ਜਦੋਂ ਗੱਲ ਕਰਦੇ ਰਾਧਾ ਕ੍ਰਿਸ਼ਨ ਕਹਿੰਦੇ ਲੋਕ, ਔਰ ਇਹ ਕਹਿੰਦੇ ਪਹਿਲਾਂ ਰਾਧਾ ਦਾ ਨਾਂ ਆਊਗਾ ਤੇ ਬਾਅਦ ਵਿੱਚ ਕ੍ਰਿਸ਼ਨ ਦਾ ਨਾਂ ਆਊਗਾ। 360 ਜੁੜ ਪਏਗੀ ਨਾਰ ਤੈਨੂੰ, ਜਮ ਜਮ ਹੋਣ ਪਏ ਦੂਣੇ ਇਕਬਾਲ ਤੇਰੇ, ਪਰਲੋਂ ਤੀਕ ਪਰ ਮੰਦਰਾਂ ਵਿੱਚ ਚਾਤਰਿਕ। ਜਿੰਨਾ ਚਿਰ ਦੁਨੀਆ ਰਹੂਗੀ ਉਹਨਾਂ ਚਿਰ ਮੰਦਰਾਂ ਦੇ ਵਿੱਚ ਕ੍ਰਿਸ਼ਨ ਜੀ ਦੇ ਨਾਲ ਇਹ ਬੰਦੀ ਤੋਂ ਭਾਵ ਖੁਦ ਆਪਣੇ ਆਪ ਨੂੰ ਰਾਧਾ ਕਹਿ ਰਹੀ ਹੈ ਕਿ ਮੇਰੀ ਵੀ ਉੱਥੇ ਬੁੱਤ ਲੱਗੂਗਾ, ਮੇਰਾ ਵੀ ਉੱਥੇ ਉਸ ਤਰ੍ਹਾਂ ਦੇ ਨਾਲ ਤੇਰੇ ਬਰਾਬਰ ਲੱਗੂਗਾ ਤੇ ਮੈਂ ਤੇਰੇ ਨਾਲ ਵਸਦੀ ਰਹੂੰਗੀ। ਇਸ ਬੰਦੀ ਨੇ ਵਸਣਾ ਹੈ ਨਾਲ ਤੇਰੇ। ਅੱਜ ਵੀ ਮੰਦਰਾਂ ਦੇ ਵਿੱਚ ਸ੍ਰੀ ਕ੍ਰਿਸ਼ਨ ਜੀ ਦੇ ਨਾਲ ਰਾਧਾ ਦਾ ਅਸੀਂ ਦੇਖਦੇ ਹੈਗੇ ਕਿ ਉਸੇ ਤਰ੍ਹਾਂ ਪੂਜਾ ਹੁੰਦੀ ਹੈ। ਇਸ ਤਰ੍ਹਾਂ ਨਾਲ ਇਸ ਕਵਿਤਾ ਦੇ ਵਿੱਚ ਕਵੀ ਨੇ ਰਾਧਾ ਤੇ ਸ੍ਰੀ ਕ੍ਰਿਸ਼ਨ ਜੀ ਦੇ ਅਮਰ ਪਿਆਰ ਦੀ ਗੱਲ ਕੀਤੀ ਹੈ, ਉਹਨਾਂ ਦੇ ਵਿਛੋੜੇ ਦੀ ਗੱਲ ਕੀਤੀ ਹੈ। ਅਗਲੀ ਕਵਿਤਾ ਬਹੁਤ ਹੀ ਇੰਪੋਰਟੈਂਟ ਤੇ ਬਹੁਤ ਮਹੱਤਵਪੂਰਨ ਹੈ। ਇਸ ਕਵਿਤਾ ਦਾ ਦੇਸ਼ ਪੰਜਾਬ ਸਾਰ ਵੀ ਆ ਸਕਦਾ ਹੈ ਦੇਸ਼ ਪੰਜਾਬ ਦਾ, ਔਰ ਇਹਦੇ ਵਿੱਚੋਂ ਪ੍ਰਸੰਗ ਦੱਸ ਕੇ ਵਿਆਖਿਆ ਵੀ ਪੁੱਛੀ ਜਾ ਸਕਦੀ ਹੈ। ਬੜੀ ਸੋਹਣੀ ਕਵਿਤਾ ਹੈ। ਇਹ ਉਸ ਪੰਜਾਬ ਦੀ ਗੱਲ ਕਰਦੀ ਹੈ ਜਿਹੜਾ ਪੰਜਾਬ ਸੰਯੁਕਤ ਪੰਜਾਬ ਸੀਗਾ, ਆਜ਼ਾਦੀ ਤੋਂ ਪਹਿਲਾਂ ਦਾ ਪੰਜਾਬ ਸੀ, ਜਿਹਦੀਆਂ ਹੱਦਾਂ ਇੱਕ ਪਾਸੇ ਜਮਰੌਦ ਦੇ ਕਿਲੇ ਤੱਕ ਇੱਧਰ ਜਾਂਦੀਆਂ ਸੀ। ਮਹਾਰਾਜਾ ਰਣਜੀਤ ਸਿੰਘ ਨੇ ਜਿਹੜਾ ਰਾਜ ਸੀਗਾ ਇੱਧਰੋਂ ਦਿੱਲੀ ਤੱਕ ਉਹਦਾ ਹੱਦਾਂ ਲੱਗਦੀਆਂ ਸੀਗੀਆਂ। ਹਿਮਾਚਲ ਪ੍ਰਦੇਸ਼ ਹਰਿਆਣਾ ਵਿੱਚ ਹੀ ਸੀ ਉਹਦੇ, ਤੇ ਜਿਹੜਾ ਪੰਜਾਬ ਸਾਡੇ ਤੋਂ ਵੱਖਰਾ ਹੋਇਆ ਹੈਗਾ ਪਾਕਿਸਤਾਨ ਦੇ ਵਿੱਚ ਲੈ ਗਿਆ, ਉਹ ਸਾਰੇ ਪੰਜਾਬ ਦੀ ਗੱਲ ਕਰ ਰਿਹਾ ਕਵੀ। ਇਹ ਬੜਾ ਹੀ ਸੋਹਣੀ ਕਵਿਤਾ ਹੈਗੀ ਹੈ। ਇਸ ਕਵਿਤਾ ਦੇ ਵਿੱਚ ਕਵੀ ਪੰਜਾਬ ਦੀ ਪ੍ਰਕਿਰਤੀ ਦੀ ਗੱਲ ਕਰਦਾ, ਜਿਵੇਂ ਹਰੇ ਭਰੇ ਹੈ ਦੇਸ਼ ਪੰਜਾਬ ਮੇਰੇ, ਸਾਰੇ ਦੇਸ਼ ਦੇ ਸਿਰ ਦਾ ਸਰਦਾਰ ਹੈ ਤੂੰ, ਮੁਕਟ ਸਹਿਰਿਆਂ ਲੱਦਿਆਂ ਪਰਬਤਾਂ ਦਾ, ਲਾੜਾ ਰੱਬ ਤੇ ਦਿੱਤਾ ਸ਼ਿੰਗਾਰ ਹੈ ਤੂੰ, ਪੰਜਾਂ ਨੈ ਹੁੰਦਾ ਹੈਗਾ ਨਦੀ, ਸਾਈ ਨੇ ਲਹਿਰ ਲਾਈ। ਇਸ ਜਿਹੜੀ ਧਰਤੀ ਹੈ ਉਸਦੇ ਵਿੱਚ 5 ਦਰਿਆ ਵਗ ਰਹੇ ਆ, ਇਹਨਾਂ ਨੇ ਲਹਿਰ ਲਾਈ ਹੋਈ ਹੈ। ਨਹਿਰਾਂ ਨਾਲ ਬਣ ਰਿਹਾ ਗੁਲਜ਼ਾਰ ਹੈ ਤੂੰ। ਗੁਲਜ਼ਾਰ ਹੁੰਦਾ ਹੈਗਾ ਕਿਸੇ ਜਿਹੜਾ ਹੈਗਾ ਤੁਹਾਡਾ ਫੁਲਵਾੜੀ ਤੇ ਅੰਨ ਪੈਦਾ ਹੋ ਰਿਹਾ ਇਸ ਧਰਤੀ ਦੇ ਉੱਪਰ। ਇਸੇ ਤਰ੍ਹਾਂ ਨਾਲ ਭਾਰਤ ਵਰਸ਼ ਦੇ ਸ਼ੀਸ਼ ਤੇ ਛੱਤਰ ਛਾਇਆ, ਅੰਨ ਧਨਾਂ ਦਾ ਭਰਿਆ ਭੰਡਾਰ ਹੈ ਤੂੰ। ਪੰਜਾਬ ਦੀ ਸਿਫਤ ਕੀਤੀ ਗਈ ਹੈ, ਪੰਜਾਬ ਦੀ ਸਲਾਹ ਕੀਤੀ ਗਈ ਹੈ। ਇਸੇ ਤਰ੍ਹਾਂ ਹੀ ਪੰਜਾਬ ਨੂੰ ਕਹਿ ਸਕਦੇ ਹਾਂ ਕਿ ਉਹਦੀ ਪ੍ਰਸ਼ੰਸਾ ਕੀਤੀ ਗਈ ਹੈ। ਅਗਲੇ ਪੈਰੇ ਦੇ ਵਿੱਚ ਜਿਹੜੇ ਔਖੇ ਸ਼ਬਦ ਜਿਵੇਂ ਦੜਪ ਅਸਲ ਦੇ ਵਿੱਚ ਦੋ ਦਰਿਆਵਾਂ ਦੇ ਵਿਚਕਾਰਲੀ ਧਰਤੀ, ਦਰਿਆਵਾਂ ਦੇ ਵਿਚਕਾਰ ਧਰਤੀ ਨੂੰ ਦੜਪ ਕੇ ਰਾਵੀ ਤੇ ਚਨਾਬ ਦੇ ਵਿਚਕਾਰ ਵਾਲੀ ਧਰਤੀ ਨੂੰ, ਇਲਾਕੇ ਨੂੰ। ਅੱਗੇ ਵਾਰ ਸ਼ਬਦ ਦਾ ਜਿਹੜਾ ਅਰਥ ਹੈਗਾ ਸੰਦਲਵਾਰ ਤੇ ਹੋਰ ਤਰ੍ਹਾਂ ਦੀ ਜਿਹੜੀਆਂ ਉਹਦੀਆਂ ਉਪਵਾਰਾਂ ਸੀ ਉਹਨਾਂ ਦੀ ਗੱਲ। ਕੰਢੀ ਹੈਗਾ ਪਹਾੜੀ ਦੇ ਕੰਢੇ ਦਾ ਇਲਾਕਾ, ਬੇਟ ਦਰਿਆ ਦੇ ਕੰਢੇ ਦੇ ਇਲਾਕੇ ਨੂੰ ਕਿਹਾ ਜਾਂਦਾ, ਡੂੰਗਰ ਪਹਾੜੀ ਇਲਾਕੇ ਨੂੰ ਕਿਹਾ ਜਾਂਦਾ। ਇਸੇ ਤਰ੍ਹਾਂ ਮੈਨਦਾਵ ਘੱਗਰ ਤੇ ਜਮਨਾ ਦੇ ਵਿਚਕਾਰ ਵਾਲੇ ਇਲਾਕੇ ਨੂੰ ਕਿਹਾ ਗਿਆ।
ਲੰਮਾ ਪੇਸ਼ਾਵਰ ਤੇ ਅਟਕਦਾ ਇਲਾਕਾ ਹੈ। ਧੰਨੀ ਪੋਠੋਹਾਰੀ ਇਹ ਜੇਹਲਮ ਦੇ ਸਿੰਧ ਦੇ ਵਿਚਕਾਰਲੇ ਇਲਾਕੇ ਨੂੰ ਕਿਹਾ ਗਿਆ। ਚਾਰ ਕੁੰਟਾਂ ਚਾਰੇ ਦਿਸ਼ਾਵਾਂ ਦੀ ਗੱਲ ਕੀਤੀ ਹੈ ਕਵੀ ਨੇ। ਇਸੇ ਤਰ੍ਹਾਂ ਅੱਗੇ ਚੱਲ ਕੇ ਕਵੀ ਨੇ ਸ਼ਬਦ ਦਿੱਤੇ ਆ ਬੰਨੋ ਬੰਨ, ਵੱਖ-ਵੱਖ ਪ੍ਰਕਾਰ ਦੇ, ਵੱਖਰਵਾੜੀਆਂ, ਬਾਗ ਬਗੀਚੇ, ਫਸਲਾਂ, ਕੁੰਡੀਆਂ ਬੂਰੀਆਂ, ਮੱਝਾਂ ਦੀਆਂ ਕਿਸਮਾਂ ਦੀ ਗੱਲ ਕੀਤੀ ਹੈ ਕਵੀ ਨੇ ਇੱਥੇ। ਇਸੇ ਤਰ੍ਹਾਂ ਮੋਦੀਆਂ ਸ਼ਬਦ ਦਾ ਭਾਵ ਹੈ ਭੰਡਾਰੀਆ, ਜਿਹੜਾ ਭੰਡਾਰੀ ਨੂੰ ਭਰਨ ਵਾਲਾ ਕਿਸਾਨ। ਅੱਗ ਬੁਝਾਉਣਾ, ਭੁੱਖ ਦੂਰ ਕਰਨ ਵਾਲਾ। ਇਹ ਇਸ ਪਹਿਰੇ ਦੇ ਮੁੱਖ ਜਿਹੜੇ ਸ਼ਬਦ ਸੀ ਉਹਨਾਂ ਦੇ ਅਰਥ ਹੈਗੇ ਆ। ਤੇ ਅੱਗੇ ਲਈ ਜਿਹੜਾ ਹੈਗੀ ਆ ਲਾਈਨ ਉਹ ਦੇਖੋ, ਤੇਰੀ ਦਿੱਲੀ ਤੇ ਦਿਲ ਦੀ ਮਰੋੜ ਕਿੱਲੀ। ਦਿੱਲੀ ਨੂੰ ਚਾਰੇ ਪਾਸੇ ਤੋਂ ਪੰਜਾਬ ਨੇ ਘੇਰਿਆ ਹੋਇਆ ਸੀ। ਹਰਿਆਣੇ ਦਾ ਅੱਜ ਦਾ ਵੀ 3 ਪਾਸੇ ਤੋਂ ਹਰਿਆਣਾ ਲੱਗਦਾ ਦਿੱਲੀ ਨਾਲ, ਉਸ ਦੀ ਗੱਲ ਕਰ ਰਿਹਾ ਕਿ ਦਿੱਲੀ ਨੂੰ ਚਾਰੇ ਪਾਸੇ ਤੋਂ ਪੰਜਾਬ ਨੇ ਘੇਰਿਆ ਹੋਇਆ ਸੀਗਾ। ਫਿਰ ਕੀ ਕੀਤਾ ਕਿ ਤੈਨੂੰ ਦਿੱਲੀ ਨੇ ਮਜਬੂਰ ਕਰਤਾ ਅੰਗਰੇਜ਼ਾਂ ਨੂੰ, ਕਲਕੱਤੇ ਤੋਂ ਦਿੱਲੀ ਤੱਕ ਰਾਜਧਾਨੀ ਲੈ ਕੇ ਆਓ ਤੁਸੀਂ। ਤੇਰੀ ਦਿੱਲੀ ਨੇ ਦਿਲ ਦੀ ਮਰੋੜ ਕਿੱਲੀ ਤੇ ਕਲਕੱਤਿਓਂ ਤਖਤ ਪਲਟਾ ਦਿੱਤਾ। ਝਾਕੀ ਸ਼ਿਮਲੇ ਦੀ ਸੁਰਗ ਦੀ ਖੋਲ ਤਾਕੀ, ਇੰਦਰਪੁਰੀ ਨੂੰ ਵੀ ਤੂੰ ਬੱਟਾ ਲਾ ਦਿੱਤਾ। ਇੰਦਰਪੁਰੀ ਇੰਦਰ ਰਾਜੇ ਦਾ ਜਿਹੜਾ ਰਾਜਧਾਨੀ ਕਹੀ ਗਈ ਹੈ, ਜਿਹੜੀ ਇੱਕ ਤਰ੍ਹਾਂ ਦੇ ਨਾਲ ਤੁਸੀਂ ਕਹਿ ਸਕਦੇ ਹੋ ਕਿ ਕਲਪਨਾ ਹੀ ਹੈ। ਉਸੇ ਤਰ੍ਹਾਂ ਦੇਵਤਿਆਂ ਦੀ ਰਾਜਧਾਨੀ ਹੈਗੀ ਹੈ, ਇੰਦਰਪੁਰੀ ਨੂੰ ਕਿਹਾ ਗਿਆ। ਮਰੀ ਭਾਗਸੂ, ਮਰੀ ਭਾਗਸੂ ਦਾ ਅਰਥ ਹੈਗਾ ਪਾਕਿਸਤਾਨ ਦੇ ਵਿੱਚ ਇੱਕ ਰਾਵਲਪਿੰਡੀ ਦੇ ਕੋਲ ਪਹਾੜੀ ਆ, ਉਹਦਾ ਨਾਂ ਮਰੀ। ਭਾਗਸੂ ਹੈਗਾ ਧਰਮਸ਼ਾਲਾ ਦੇ ਕੋਲ ਇੱਕ ਪਹਾੜੀ ਸਥਾਨ ਜਿੱਥੇ ਇੱਕ ਚਸ਼ਮਾ ਤੇ ਮੰਦਿਰ ਵੀ ਹੈ। ਭੌਣ ਭਵਨ ਨੂੰ ਕਿਹਾ ਗਿਆ, ਲੋਕਾਂ ਦੀ ਭੀੜ ਨੂੰ ਵੀ ਕਿਹਾ ਗਿਆ। ਪਰਸ ਦੇ ਛੋਹਦੇ, ਬੈਕੁੰਠ ਹੁੰਦਾ ਸਵਰਗ, ਭਰਮਾ ਲੈਣਾ, ਕਿਸੇ ਨੂੰ ਆਪਣੇ ਵੱਲ ਖਿੱਚ ਲੈਣਾ। ਜੋਬਨ, ਤੇਰੇ ਜੋਬਨ ਤੇ ਹੁਸਨ ਦੀ ਰੀਸ ਹੈ ਨਹੀਂ, ਬਰਸੇ ਨੂਰ ਤੇ ਪੱਕਦੀਆਂ ਲਾਲੀਆਂ ਨੇ। ਜਿਹੜੇ ਪੰਜਾਬੀਆਂ ਦਾ ਹੁਸਨ, ਪੰਜਾਬੀਆਂ ਦਾ ਨੂਰ, ਦੁਨੀਆ ਦੇ ਵਿੱਚ ਇਸ ਤਰ੍ਹਾਂ ਦਾ ਹੁਸਨ ਕਿਤੇ ਵੀ ਨਹੀਂ ਮਿਲਦਾ, ਕਵੀ ਇਹ ਕਹਿ ਰਿਹਾ। ਸਿੰਘ ਸੂਰਮੇ ਡੋਗਰੇ ਕੁੰਡ ਮੁੱਛੇ, ਇਸ ਧਰਤੀ ਦੇ ਉੱਪਰ, ਪੰਜਾਬ ਦੀ ਧਰਤੀ ਉੱਪਰ ਇੱਕ ਪਾਸੇ ਮੈਦਾਨੀ ਇਲਾਕਿਆਂ ਦੇ ਵਿੱਚ ਸਿੰਘ ਸੂਰਮੇ ਵਸਦੇ ਆ, ਬਹਾਦਰ ਲੋਕ ਵਸਦੇ ਆ, ਦੂਜੇ ਪਾਸੇ ਪਹਾੜੀ ਇਲਾਕੇ ਦੇ ਵਿੱਚ ਡੋਗਰੇ ਤੇ ਇੱਕ ਕੁੰਡੀਆਂ ਮੁੱਛਾਂ ਵਾਲੇ ਲੋਕ ਵੀ ਵਸ ਰਹੇ ਆ। ਪੋਠੋਹਾਰ ਦੀਆਂ ਪੱਟੀਆਂ ਕਾਲੀਆਂ ਨੇ, ਸ਼ੈਲ ਗੱਭਰੂ ਬਾਂਕੇ ਜਵਾਨ ਸੋਹਣੇ, ਹਿੱਕਾਂ ਚੌੜੀਆਂ, ਅੱਖਾਂ ਮਤਵਾਲੀਆਂ ਨੇ ਦਰਸ਼ਨ ਕੀਤੀਆਂ ਜਿਨ੍ਹਾਂ ਨੇ ਭੁੱਖ ਲੱਥੇ, ਕਈਆਂ ਸੂਰਤਾਂ ਸੱਚੇ ਵਿੱਚ ਢਾਲੀਆਂ ਨੇ। ਅਸਲ ਦੇ ਪੰਜਾਬ ਦੇ ਜਿਹੜੇ ਲੋਕ ਆ ਉਹਨਾਂ ਦੀ ਪ੍ਰਸ਼ੰਸਾ ਕੀਤੀ, ਉਹਨਾਂ ਦੀ ਜ਼ਬਾਨੀ ਦੀ ਗੱਲ ਕੀਤੀ ਹੈ। ਅਗਲਾ ਜਿਹੜਾ ਪਹਿਰਾ ਹੈਗਾ ਇਹਦੇ ਵਿੱਚ ਦੱਸਿਆ ਹੈਗਾ, ਜਿਹੜੇ ਦੇਸ਼ ਦਿਸ਼ੌਰ ਹੁੰਦਾ ਪ੍ਰਦੇਸ਼ਾਂ ਦੇ ਵਿੱਚ, ਸਾਡੇ ਜਿਹੜੇ ਪੰਜਾਬੀ ਸੀਗੇ ਅੰਗਰੇਜ਼ਾਂ ਦੀ ਸਥਾਪਤੀ ਤੋਂ ਬਾਅਦ ਬਹੁਤ ਸਾਰੇ ਪੰਜਾਬੀ ਫੌਜ ਦੇ ਵਿੱਚ ਭਰਤੀ ਹੋ ਕੇ ਅੰਗਰੇਜ਼ਾਂ ਦੇ ਰਾਜ ਦੇ ਲਈ ਲੜਦੇ ਆ, ਉਹ ਪ੍ਰਦੇਸ਼ੀ ਹੋ ਗਏ ਸੀਗੇ, ਉਹਨਾਂ ਦੀ ਗੱਲ ਕਰਦਾ। ਝੰਡੇ ਗੱਡੇ ਨੇ ਤੇਰੀਆਂ ਦੁਲਾਰਿਆਂ ਨੇ। ਵੱਖ-ਵੱਖ ਸਟੇਟਾਂ ਦੇ ਵਿੱਚ ਜਾ ਕੇ ਉਹਨਾਂ ਨੇ, ਵੱਖ-ਵੱਖ ਦੇਸ਼ਾਂ ਦੇ ਵਿੱਚ ਜਾ ਕੇ ਅੰਗਰੇਜ਼ਾਂ ਦੀ ਖਾਤਰ ਜਦੋਂ ਲੜਾਈ ਕੀਤੀ ਤਾਂ ਬਹੁਤ ਸਾਰੀ ਬਹਾਦਰੀ ਦਿਖਾਈ। ਉਹਨਾਂ ਬਹਾਦਰੀ ਸਦਕਾ ਹੀ ਉਹਨਾਂ ਦੀਆਂ ਧੁੰਮਾਂ ਸੰਸਾਰ ਲੈਵਲ ਉੱਪਰ ਪੈ ਗਈਆਂ। ਥੋੜਾ ਖਾਂਦੇ ਤੇ ਬਹੁਤੀ ਕਮਾਈ ਕਰਦੇ, ਜਾ ਪਾਰ ਸਮੁੰਦਰਾਂ ਖਾਰਿਆਂ ਦੇ, ਧੁੰਮਾਂ ਪਈ ਹੈ ਤੇਰੀ ਬਹਾਦਰੀ ਦੀ, ਕੰਬਣ ਕਾਲਜੇ ਵੈਰੀਆਂ ਸਾਰਿਆਂ ਦੇ। ਬਰਮਾ, ਚੀਨ, ਅਫਰੀਕਾ, ਫਰਾਂਸ ਅੰਦਰ ਤਕਮੇ ਮਿਲੇ ਤੈਨੂੰ ਜੰਗਾਂ ਭਾਰਿਆਂ ਦੀ। ਇਸ ਤਰ੍ਹਾਂ ਦੇ ਨਾਲ ਜਿਹੜੇ ਪੰਜਾਬ ਦੇ ਬਹਾਦਰ ਲੋਕ ਆ ਬਾਹਰਲੇ ਦੇਸ਼ਾਂ ਦੇ ਵਿੱਚ ਵੀ ਜਾ ਕੇ ਲੜੇ। ਤੇਰੀ ਹੱਡੀ ਬੀਤੀ ਕੀਤੀ ਮਾਤ ਮਹਿਫਲ, ਮੱਤਾਂ ਸਿੱਖੀਆਂ ਤੇਥੋਂ ਸੰਸਾਰ ਸਾਰੇ, ਪਹਿਲਾਂ ਬਾਬ ਕਿਤਾਬ ਦੀ ਧਰਤੀ। ਹੁਣ ਇਹ ਸਾਡੇ ਇਤਿਹਾਸ ਦੀ ਗੱਲ ਕੀਤੀ ਗਈ ਹੈ ਕਿ ਪੰਜਾਬ ਦੀ ਧਰਤੀ ਦੇ ਉੱਪਰ ਹੀ ਸੰਸਾਰ ਦੀਆਂ ਬਹੁਤ ਸਾਰੇ ਗ੍ਰੰਥ ਲਿਖੇ ਗਏ ਆ। ਹੱਡ ਬੀਤੀ ਹੁੰਦਾ ਆਪਣੇ ਨਾਲ ਵਾਪਰੀ ਹੋਈ ਘਟਨਾ, ਮਾਤ ਕਰਨਾ, ਫਿੱਕਾ ਪਾ ਦੇਣਾ। ਬਾਬ ਹੁੰਦਾ ਕਾਂਡ। ਭੀਲਾਂ ਆਦਿਵਾਸੀ ਜਿਹੜੇ ਸੀਗੇ ਲੋਕ ਸਾਡੇ ਇੱਥੇ ਵੱਸਦੇ ਸੀਗੇ, ਉਸ ਤੋਂ ਬਾਅਦ ਆਰੀਅਨ ਨੇ ਆ ਕੇ ਉਹਨਾਂ ਨੇ ਇੱਥੇ ਭਜਾਇਆ ਤੇ ਇੱਥੇ ਆਰੀਅਨ ਦਾ ਕਬਜ਼ਾ ਹੋ ਗਿਆ। ਬਣਾ ਕੰਡਿਆਂ ਦੀ ਭਰੀ ਬਾਰ ਸਾਰੇ ਕਿੰਕਰ, ਵੱਟ ਕੇ ਆਰੀਆ ਵਰਤ ਬਣ ਗਈ, ਤੇਰੀ ਰਾਹੀਂ ਇਹ ਹੋਏ ਵਿਹਾਰ ਸਾਰੇ। ਇਸ ਤਰ੍ਹਾਂ ਨਾਲ ਪੰਜਾਬ ਦਾ ਜਿਹੜਾ ਇਤਿਹਾਸ ਹੈ ਉਹਦੇ ਵਿੱਚ ਜਿਹੜੇ ਉਥਲ ਪੁਥਲ ਹੋਈ ਉਹਦੀ ਗੱਲ ਇਸ ਕਾਵਿ ਪਹਿਰੇ ਦੇ ਵਿੱਚ ਕੀਤੀ ਗਈ ਹੈ। ਇਸ ਧਰਤੀ ਦੇ ਉੱਪਰ ਬਹੁਤ ਸਾਰੇ ਰਿਸ਼ੀ ਮੁਨੀ ਵੀ ਹੋਈ ਹੈ, ਤਪੀ ਵੀ ਹੋਏ ਹੈ, ਬਹੁਤ ਸਾਰੇ ਜੱਗ ਨੂੰ ਚਲਾਉਣ ਵਾਲੇ ਲੋਕ ਵੀ ਹੋਏ ਹੈ। ਸੀਤਾ ਮਾਤਾ ਨੂੰ ਵੀ ਇਸ ਧਰਤੀ ਉੱਪਰ ਆਉਣ ਦਾ ਮਾਣ ਹਾਸਲ ਹੈ, ਔਰ ਜਾਂ ਸਾਡੀ ਧਰਤੀ ਨੂੰ ਇਹ ਮਾਣ ਹਾਸਲ ਹੈ ਕਿ ਸੀਤਾ ਮਾਤਾ ਜੀ ਇਸ ਧਰਤੀ ਉੱਪਰ ਆਏ। ਪੂਰਨ ਜਤੀ ਤੇਰੀਆਂ ਜੂਹਾਂ, ਰਿਸ਼ੀਆਂ ਮੁਨੀਆਂ ਤੇ ਤਪਾਂ ਦਾ ਤੇਜ ਤੁਧ ਵਿੱਚ, 12 ਤੇਰੀਆਂ ਜੱਗ ਵਿੱਚ ਚੱਲੀਆਂ ਨੇ। ਪੂਰਨ ਜਤੀ ਪ੍ਰਹਲਾਦ ਜੈ ਭਗਤ ਹੋਏ ਸੀ ਤਾਂ ਸਤੀ ਤੇਰੀਆਂ ਜੂਹਾਂ ਮੱਲੀਆਂ ਨੇ। ਲਹੂ ਕੁਸ਼ ਤੇ
ਜੱਗ ਦਾ ਬੰਨ ਘੋੜਾ ਫੌਜਾਂ ਰਾਮ ਦੀਆਂ ਪਿੱਛਾਂ ਨੂੰ ਕੱਲੀਆਂ ਨੇ, ਕੈਰੋਂ ਪਾਂਡਵੇਂ ਛੇੜਿਆ ਮਹਾਭਾਰਤ, 18 ਖੂਣੀਆਂ ਖਾਕ ਵਿੱਚ ਰਲੀਆਂ ਨੇ। ਇੱਥੇ ਸਾਡੇ ਜਿਹੜਾ ਇਤਿਹਾਸ ਸਾਡੀ ਧਰਤੀ ਦੇ ਉੱਪਰ ਹੋਇਆ ਉਹਦੀ ਗੱਲ ਕੀਤੀ ਗਈ ਹੈ। ਪੰਜਾਬ ਦੀ ਧਰਤੀ ਉੱਪਰ ਰਿਸ਼ੀਆਂ ਮੁਨੀਆਂ ਨੇ, ਤਪੀਆਂ ਨੇ ਆਪਣਾ ਤੇਜ ਦੀ ਵਰਖਾ ਕੀਤੀ। ਇਸੇ ਤਰ੍ਹਾਂ ਦੇ ਨਾਲ ਪੂਰਨ ਜਤੀ ਇਸ ਧਰਤੀ ਦੇ ਉੱਪਰ ਹੋਇਆ, ਪ੍ਰਹਲਾਦ ਵੀ ਇਸ ਧਰਤੀ ਦੇ ਉੱਪਰ ਹੋਇਆ, ਇਸ ਤਰ੍ਹਾਂ ਦੇ ਭਗਤ ਇਸ ਧਰਤੀ ਦੇ ਉੱਪਰ ਹੋਇਆ। ਸੀਤਾ ਮਾਤਾ ਵੀ ਇਸ ਧਰਤੀ ਉੱਪਰ ਆਈ, ਔਰ ਲਵ ਕੁਸ਼ ਸ਼੍ਰੀ ਰਾਮਚੰਦਰ ਜੀ ਦੇ ਬੇਟੇ, ਜਿਨ੍ਹਾਂ ਨੇ ਰਾਮਚੰਦਰ ਜੀ ਦੁਆਰਾ ਛੱਡੇ ਗਏ ਘੋੜਿਆਂ ਨੂੰ ਠੱਲ ਕੇ ਦੱਸਿਆ ਕਿ ਅਸੀਂ ਵੀ ਤੇਰੇ ਪੁੱਤਰ ਹਾਂ, ਤੂੰ ਸਾਨੂੰ ਸਵੀਕਾਰ ਕਰ, ਉਹਨਾਂ ਦੀ ਗੱਲ ਕੀਤੀ ਹੈ। ਕੈਰੋਂ ਪਾਂਡਵਾਂ ਛੇੜਿਆ ਮਹਾਭਾਰਤ, ਤੇ ਕੈਰਵੋਂ ਪਾਂਡਵਾਂ ਦਾ ਜਿਹੜਾ ਮਹਾਭਾਰਤ ਹੋਇਆ ਸੀਗਾ ਉਹ ਇਸ ਧਰਤੀ ਦੇ ਉੱਪਰ ਹੋਇਆ ਸੀ, ਕੁਰੂਕਸ਼ੇਤਰ ਦੀ ਧਰਤੀ ਹੋਇਆ ਸੀ। ਹਰਿਆਣਾ ਜੇ ਕਿ ਪੰਜਾਬ ਦਾ ਇੱਕ ਹਿੱਸਾ ਸੀ। 18 ਖੂਣੀਆਂ ਖਾਕ ਵਿੱਚ ਰਲੀਆਂ ਨੇ। 18 ਖੂਣੀਆਂ, ਇੱਕ ਖੂਣੀ ਦੇ ਵਿੱਚ ਇੱਕ ਖੂਹ ਭਰ ਜਾਂਦਾ ਸੀ। ਇੱਕ ਖੂਣੀ ਦੇ ਵਿੱਚ ਇੰਨੀ ਫੌਜ ਹੁੰਦੀ ਸੀ, ਜਦੋਂ ਇੱਕ ਫੌਜ ਚੱਲਦੀ ਸੀ ਨਾ, ਉਹਦੀ ਜਿਹੜੀ ਧੂੜ ਉੱਡਦੀ ਸੀਗੀ, ਉਹ ਧੂੜ ਦੇ ਨਾਲ ਇੱਕ ਖੂਹ ਭਰ ਜਾਂਦਾ ਸੀ, ਉਹਨੂੰ ਇੱਕ ਖੂਣੀ ਫੌਜ ਕਿਹਾ ਜਾਂਦਾ ਸੀਗਾ। ਇਸ ਤਰ੍ਹਾਂ 18 ਖੂਣੀਆਂ ਫੌਜ ਦੀਆਂ ਉਸ ਲੜਾਈ ਦੇ ਵਿੱਚ ਮਾਰੀਆਂ ਗਈਆਂ ਸੀ, ਮਹਾਭਾਰਤ ਦੀ ਲੜਾਈ ਦੇ ਵਿੱਚ। ਇਸੇ ਤਰ੍ਹਾਂ ਅੱਗੇ ਕਹਿੰਦਾ ਲਹੂਆਂ ਭਰੀ ਤਰਥੱਲਾਂ ਦੀ ਵਾਰ ਤੇਰੀ ਵਗ ਵਗੇ ਕਈ ਹਨੇਰੇ ਤੂਫਾਨ, ਇੱਥੇ ਲੁੱਟਾਂ ਧਾਵੀਆਂ ਭਾਜਣਾ ਮੱਤ ਮਾਰੀ ਘੱਲੂਕਾਰੇ ਤੇ ਪਏ ਕਮਸਾਨ, ਇੱਥੇ ਜਾਗੇ ਦੇਸ਼ ਨੂੰ ਕੋਈ ਜਗਾਉਣ ਵਾਲਾ, ਸੁੱਤੇ ਸੌ ਗਏ ਕਈ ਸੁਲਤਾਨ, ਇੱਥੇ ਸਿਰ ਨੂੰ ਤਲੀ ਧਰ ਕੇ ਖੰਡਾਂ ਵਾਹਣ ਵਾਲੇ ਹੀਰੇ ਹੋ ਗਏ ਕਈ ਕੁਰਬਾਨ। ਇੱਥੇ ਬਹੁਤ ਸਾਰੇ ਲੋਕ ਇਸ ਧਰਤੀ ਦੇ ਉੱਪਰ ਕੁਰਬਾਨ ਹੋਏ, ਬਹੁਤ ਸਾਰੇ ਲੋਕ ਇਸ ਧਰਤੀ ਦੇ ਉੱਪਰ ਬਹਾਦਰ ਆਪਣੀ ਜਾਨ ਦੇ ਗਏ, ਕਿਉਂਕਿ ਇਸ ਦੀ ਆਜ਼ਾਦੀ ਦੀ ਖਾਤਰ ਜੋ ਲੜਾਈਆਂ ਚੱਲੀਆਂ ਉਹਨਾਂ ਦੇ ਵਿੱਚ ਬਹੁਤ ਸਾਰੇ ਪੰਜਾਬੀ ਸ਼ਹੀਦ ਹੋ ਗਏ ਸੀ। ਜੰਮਣ ਭੋ ਅਵਤਾਰਾਂ ਤੇ ਆਰਫਾਂ ਦੀ, ਹੱਠੀਆਂ ਤਪੀਆਂ ਤੇ ਰੂਹਾਂ ਮਸਤਾਨਿਆਂ ਦੀ, ਸੂਰਵੀਰਤਾ ਕਵੀਸ਼ਰਾਂ ਪੰਡਤਾਂ ਦੀ, ਭਗਤਾਂ ਧਰਮੀਆਂ ਬ੍ਰਹਮ ਗਿਆਨੀਆਂ ਦੀ, ਤੂੰ ਦਰਗਾਹ ਹੈ ਆਸ਼ਕਾਂ ਸਾਧਕਾਂ ਦੀ, ਤੂੰ ਸਮਾਧ ਸਰਵੰਸ ਦੇ ਦਾਨੀਆਂ ਦੀ। ਸਰਵੰਸ ਦੇ ਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਨੂੰ ਕਿਹਾ ਗਿਆ। ਤੇਰੀ ਮਿੱਟੀ ਵਿੱਚ ਮਹਿਕ ਸ਼ਹੀਦੀਆਂ ਦੀ, ਤੇਰੀਆਂ ਤਰਬਾਂ ਵਿੱਚ ਗੂੰਜ ਕੁਰਬਾਨੀਆਂ ਦੀ। ਹੁਣ ਜਿਹੜੇ ਔਖੇ ਸ਼ਬਦ, ਆਰਫ ਹੁੰਦਾ ਰੱਬ ਦੀ ਪਛਾਣ ਕਰਨ ਵਾਲਾ, ਹੱਠੀ ਹੁੰਦਾ ਹਠ ਜੋ ਕਰਨ ਵਾਲਾ, ਤਪੀ ਕਠਨ ਤਪੱਸਿਆ ਕਰਨ ਵਾਲਾ, ਕਵੀਸ਼ਰ ਕਵਿਤਾ ਨੂੰ ਗਾਉਣ ਵਾਲਾ, ਬ੍ਰਹਮ ਗਿਆਨੀ ਬ੍ਰਹਮ ਦੀ ਗਿਆਨ ਰੱਖਣ ਵਾਲਾ, ਦਰਗਾਹ ਖਾਨਗਾਹ ਮਜ਼ਾਰ, ਸਾਧਕ ਹੁੰਦਾ ਸਿਦਕ ਵਾਲਾ। ਸਰਬੰਸ ਜੇ ਪਹਿਲਾਂ ਦੱਸਿਆ ਆਪਾਂ, ਸਾਰੇ ਪਰਿਵਾਰ ਨੂੰ ਕੁਰਬਾਨ ਕਰਨ ਵਾਲੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ। ਤਰਬ ਹੁੰਦੀ ਹੈਗੀ ਸਾਜ ਦੀ ਤਾਰ, ਜਿਸ ਵਿੱਚੋਂ ਸੰਗੀਤ ਉਪਜਦਾ। ਇਸੇ ਤਰ੍ਹਾਂ ਕੋਟ ਅਕਲ ਦਾ, ਤੇਗ ਦਾ ਧਣੀ ਪੂਰਾ, ਛੇਤਰ ਧਰਮ ਦਾ ਭਗਤੀ ਭੰਡਾਰ ਹੈ ਤੂੰ ਉਸਤਾਦ ਕਾਰੀਗਰੀਆਂ ਹਿਕਮਤਾਂ ਦਾ, ਸ਼ੀਲ ਸਭਤਾ ਨੀਤੀ ਦਾ ਦਵਾਰ ਹੈ ਤੂੰ, ਹੀਰੇ ਲਾਲ ਦੀ ਖਾਨ ਸਹਿਤ ਤੇਰਾ, ਕਾਵ ਕੋਸ਼ ਦਾ ਕੁੰਜੀ ਬਰਦਾਰ ਹੈ ਤੂੰ, ਰਿਸ਼ੀਆਂ ਇਲਮ ਦੀਆਂ ਭਾਵੇਂ ਜਹਾਨ ਉੱਤੇ, ਉਸ ਤਰਕਸ਼ਲਾ ਦਾ ਦਾਅਵੇਦਾਰ ਹੈ ਤੂੰ। ਇਸ ਕਾਵਲੈਨਾਂ ਦੇ ਵਿੱਚ ਕੋਟ ਅਕਲ ਦਾ ਅਰਥ ਹੈ ਬੇਹਿਸਾਬ ਅਕਲ ਵਾਲਾ, ਤੇਗ ਦਾ ਧਨੀ ਤਲਵਾਰ ਚਲਾਉਣ ਵਾਲਾ ਮਾਹਰ, ਛੇਤਰ ਹੁੰਦਾ ਖੇਤਰ, ਹਿਕਮਤ ਡਾਕਟਰੀ ਕਿੱਤੇ ਦੇ ਵਿੱਚ ਮਾਹਰ, ਸ਼ੀਲ ਹੁੰਦਾ ਸੀਤਲ, ਦਵਾਰ ਦਰਵਾਜ਼ਾ, ਇਲਮ ਵਿਦਿਆ ਨੂੰ ਕਿਹਾ ਜਾਂਦਾ। ਅੱਗੇ ਰੁੱਤਾਂ ਮਿੱਠੀਆਂ ਬਲੀ ਹੈ ਪੌਣ ਪਾਣੀ, ਜੋਬਨ ਮੱਤੜਾ ਰੂਪ ਅਪਾਰ ਤੇਰਾ, ਵੰਸ਼ ਉਜਲਾ ਮਿੱਠੜਾ ਬੋਲ ਤੇਰਾ, ਬਾਂਕੀ ਚੜ੍ਹਤ ਚਿਹਰਾ ਸ਼ਾਨਦਾਰ ਤੇਰਾ, ਸ਼ਾਹੂਕਾਰ ਸਿਪਾਹੀ ਕਿਰਸਾਨ ਕਿਰਤੀ ਉੱਚਾ, ਵਣਜ ਤੇ ਸੱਚਾ ਵਪਾਰ ਤੇਰਾ, ਤੇਰੇ ਦਾਨੇ ਖਜ਼ਾਨੇ ਭਰਪੂਰ ਚਾਤਰਿਕ, ਪੁੰਨ ਖਾ ਰਿਹਾ ਸਾਰਾ ਸੰਸਾਰ ਤੇਰਾ। ਇਸ ਤਰ੍ਹਾਂ ਨਾਲ ਕਵੀ ਪੰਜਾਬ ਦੇ ਕਿਸਾਨ ਦੀ, ਪੰਜਾਬ ਦੀ ਕਿਰਤੀ ਦੀ ਵੀ ਪ੍ਰਸ਼ੰਸਾ ਕਰ ਰਿਹਾ। ਤੇਰੀਆਂ ਰੁੱਤਾਂ ਮਿੱਠੀਆਂ ਪੰਜਾਬ ਦੀਆਂ, ਬਹੁਤ ਸਾਰਾ ਤੇਰਾ ਜਿਹੜਾ ਵੰਸ਼ ਹੈਗਾ ਬੜਾ ਉਜਲਾ ਹੈਗਾ। ਰੁੱਤਾਂ ਮਿੱਠੀਆਂ, ਨਾ ਬਹੁਤ ਗਰਮੀ ਤੇ ਨਾ ਹੀ ਬਹੁਤ ਹੀ ਠੰਡ, ਉਜਲਾ ਹੁੰਦਾ ਸਾਫ਼, ਵਣਜ ਹੁੰਦਾ ਵਪਾਰ। ਇਸ ਤਰ੍ਹਾਂ ਨਾਲ ਕਵੀ ਨੇ ਇਸ ਕਵਿਤਾ ਦੇ ਵਿੱਚ ਪੰਜਾਬ ਦੀ ਗੱਲ ਕੀਤੀ ਹੈ। ਪੰਜਾਬ ਦੀ ਗੱਲ ਕਰਕੇ ਪੰਜਾਬ ਦੇ ਲੋਕਾਂ ਦੀ ਗੱਲ ਕੀਤੀ ਹੈ, ਪੰਜਾਬ ਦੇ ਸੱਭਿਆਚਾਰ ਦੀ ਗੱਲ ਕੀਤੀ ਹੈ, ਪੰਜਾਬ ਦੇ ਇਤਿਹਾਸ ਪੰਜਾਬ ਦੇ ਗੌਰਵ ਦੀ ਗੱਲ ਕੀਤੀ ਹੈ, ਪੰਜਾਬ ਦੇ ਨੌਜਵਾਨਾਂ ਮੁਟਿਆਰਾਂ, ਪੰਜਾਬ ਦੇ ਸੂਰਮੇ ਗੱਭਰੂਆਂ ਦੀ ਗੱਲ ਕੀਤੀ ਹੈ, ਅਤੇ ਵਿਦੇਸ਼ਾਂ ਦੀ ਧਰਤੀ ਉੱਪਰ ਪੰਜਾਬੀਆਂ ਦੁਆਰਾ ਲੜੀਆਂ ਗਈਆਂ ਲੜਾਈਆਂ ਦੀ ਗੱਲ ਵੀ ਇਸ ਕਵਿਤਾ ਦੇ ਵਿੱਚ ਕੀਤੀ ਗਈ ਹੈ। ਪੰਜਾਬ ਦੇ ਲੋਕਾਂ ਦੀ ਬਹਾਦਰੀ, ਪੰਜਾਬ ਦੇ ਲੋਕ ਨਾਇਕਾਂ ਦੀ, ਗੁਰੂਆਂ ਸਾਹਿਬਾਨਾਂ ਦੀ, ਪੀਰਾਂ ਦੀ, ਅਵਤਾਰਾਂ ਦੀ, ਸੰਤਾਂ ਦੀ, ਭਗਤਾਂ ਦੀ, ਸਰਵੰਸ ਦਾਨੀਆਂ ਦੀ ਮਹਿਮਾ ਗਾਉਂਦਾ ਹੋਇਆ ਕਵੀ ਇਸ ਕਵਿਤਾ ਵਿੱਚ ਸਾਰੇ ਸੰਸਾਰ ਦਾ ਪੇਟ ਭਰਨ ਵਾਲੇ ਪੰਜਾਬੀ ਨੂੰ ਹੀ ਮਿਲਦਾ ਹੈ। ਇਸ ਤਰ੍ਹਾਂ ਦੇ ਨਾਲ ਸਾਡਾ ਅੱਜ ਦਾ ਲੈਕਚਰ ਖਤਮ ਹੁੰਦਾ ਹੈ।